सतनाम करता पुरख निर्भव निर्वैर अकाल मूरत अजूनी सैभं गुर प्रसाद अमें दृष्ट शुभ करे हरै अग पाप सगल मल काम क्रोध अर लोभ मोह वस करे सभै बल सदा सुख मन वसै दुख संसारै होवै गुर नवनित दरियाओ जन्म हम कालख धोवै सदा सुख मन वसै दुख संसारै होवै गुर नवनित दरियाओ जन्म हम कालख धोवै सतनाम वाहिगुरु साहिब जियो सूही महला पंजवा अबिचल नगर गोबिंद गुरु का नाम जपत सुख पाया राम अबिचल नगर गोबिंद गुरु का नाम जपत सुख पाया राम दात खसम की पूरी होई नित नित चढ़ै सवाई राम पार ब्रह्म खसमाना किया जिस दी वडी वडियाई राम आद जुगाद भगतन का राखा सो प्रभ भया दयाला जी जंत सब सुखी वसाए प्रभ आपे कर प्रतिपाला दहन दिस पूर रहा जस स्वामी कीमत कहन ना जाई कहो नानक सतगुर बलिहारी जिन अबिचल नीव रखाई दहन दिस पूर रहा जस स्वामी कीमत कहन ना जाई कहो नानक सतगुर बलिहारी जिन अबिचल नीव रखाई। वाहिगुरु जी का खालसा वाहिगुरु जी की फतेह। जुगो जुगा टल धन धन गुरु ग्रंथ साहिब जी गुरु पातशाह जी दी अपार मेहरामत शाम समय ਦਾ ਸਮਾਂ ਅਸੀਂ ਸਤਸੰਗਤ ਦੇ ਰੂਪ ਵਿੱਚ ਮਾਣ ਰਹੇ ਹਾਂ ਵਡਭਾਗੀ ਹਾਂ। ਗੁਰਬਾਣੀ ਕੀਰਤਨ ਅਜੇ ਹੁਣੇ ਆਪ ਸਰੋਤ ਪਾ ਰਹੇ ਸੀ। ਅਗਲੇ ਸਮੇਂ ਵਿੱਚ ਗੁਰ ਸ਼ਬਦ ਵਿਆਖਿਆ ਹੈ ਜਿਸ ਵਿੱਚ ਸੂਹੀ ਰਾਗ ਦੇ ਛੰਤਾਂ ਦੀ ਵਿਚਾਰ ਮੁਸਲਸਲ ਹੋ ਰਹੀ ਹੈ। ਗੁਰੂ ਅਰਜਨ ਸਾਹਿਬ ਪੰਚਮ ਨਾਨਕ ਜੀ ਬਚਨ ਨੂੰ ਉਚਰਿਤ ਕਰ ਰਹੇ ਨੇ। ਸ਼ਬਦ ਦੇ ਸ਼ੁਰੂਆਤੀ ਦੋ ਬੰਦ ਆਪਨੇ ਵਿਚਾਰ ਸਹਿਤ ਸਰੋਤ ਪਾ ਲਏ ਨੇ। ਅੱਜ 3 ਨੰਬਰ ਬੰਦ ਦਾ ਪਾਠ ਆਪਨੇ ਸਰਵਨ ਕੀਤਾ ਹੈ। ਸਾਹਿਬ ਜੋ ਜ਼ਿਕਰ ਕਰ ਰਹੇ ਨੇ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜ੍ਹੈ ਸਵਾਈ ਰਾਮ। ਜਿਵੇਂ ਸ਼ੁਰੂਆਤ ਹੀ ਹੋਈ ਸੀਗੀ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਇੱਕ ਮਨੁੱਖੀ
ਮਨੋਦਸ਼ਾ ਨੂੰ, ਮਨੁੱਖੀ ਆਤਮ ਵੇਗ ਨੂੰ, ਮਨੁੱਖ ਦੀ ਉਸ ਅੰਤਹ ਭਾਵ ਨੂੰ, ਉਸ ਦੀ ਇੱਕ ਸੁਪੀਰੀਅਰ ਸਟੇਜ ਜਿਹਨੂੰ ਅਰਨ ਕਰਨਾ ਹੈ, ਅਟੇਨ ਕਰਨਾ ਹੈ, ਜਿਸ ਨੂੰ ਮੇਨਟੇਨ ਕਰਨਾ ਹੈ, ਅਸੀਂ ਉਹਦੇ ਉੱਤੇ ਗੁਰਬਾਣੀ ਵਾਰ-ਵਾਰ ਐਮਫੇਸਾਈਜ਼ ਕਰਦੀ ਅਤੇ ਉਹਦਾ ਇੱਕ ਸ਼ਾਬਦਿਕ ਰੂਪ ਵਿੱਚ ਡੈਮੋਸਟ੍ਰੇਸ਼ਨ ਹੋ ਰਿਹਾ, ਵਿਖਾਈ ਗੁਰੂ ਮਹਾਰਾਜ ਦੇ ਰਹੇ ਨੇ ਉਸ ਸਾਰੇ ਨੂੰ। ਇਹਨੂੰ ਜੇ ਅਸੀਂ ਇਸ ਤਰ੍ਹਾਂ ਜਾਣੀਏ, ਅੱਜ ਕਿਉਂਕਿ ਵੈਸੇ ਤਾਂ ਸਾਰੀ ਦੁਨੀਆ ਯੂਰੋਸੈਂਟਰਿਕ ਅਪਰੋਚ ਨਾਲ ਹੀ ਚੱਲਦੀ ਹੈ, ਮੈਡੀਸਨ ਵੀ ਉਹਨਾਂ ਨੇ, ਇੰਸਟੀਟਿਊਸ਼ਨਸ ਵੀ ਉਹਨਾਂ ਨੇ, ਦੁਨੀਆ ਭਰ ਦਾ ਭਾਵੇਂ ਪੋਲੀਟੀਕਲ ਮਾਡਲ ਹੈ, ਇਕਾਨਮੀ ਦਾ ਮਾਡਲ ਆ, ਈਵਨ ਸੋਸ਼ਲ ਸਟਰਕਚਰ ਦੀ ਵੀ ਗੱਲ ਕਰੀਏ, ਉਹਦੇ ਵਿੱਚ ਵੀ ਜਿਹੜੇ ਸਟੈਂਡਰਡ ਸੈੱਟ ਕੀਤੇ ਜਾ ਰਹੇ ਨੇ ਉਹ ਸਾਰੇ ਉਹਨਾਂ ਨੇ ਸੈੱਟ ਕੀਤੇ ਨੇ। ਦੁਨੀਆ ਜਸਟ ਉਹਨਾਂ ਨੂੰ ਫੋਲੋ ਕਰਦੀ ਹੈ ਜਾਂ ਕਿਤੇ ਥੋੜ੍ਹਾ ਬਹੁਤਾ ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਉਹਦੇ ਮੁਤਾਬਕ ਉਹਨਾਂ ਨੂੰ ਐਕਸੈਪਟ ਜਾਂ ਅਡੋਪਟ ਕਰ ਲੈਂਦੇ ਨੇ। ਜਿੱਥੇ ਯੂਰਪੀਅਨ ਉਸ ਸਾਰੇ ਦੀ ਬਾਤ ਕਰਦੇ ਆ, ਉਹਨਾਂ ਦੇ ਆਪਣੇ ਘਰ ਦੇ ਵਿੱਚ ਵੀ ਬੜੀ ਜਦੋਜਹਿਦ ਹੋਈ, ਕਿਉਂਕਿ ਸਟੇਟ ਐਂਡ ਚਰਚ ਦੀ ਜਿਹੜੀ ਲੌਬੀ ਸੀ ਉਹ ਟੁੱਟੀ। ਫਿਰ ਹੌਲੀ ਹੌਲੀ ਚਰਚ ਦਾ ਚਰਚ ਮੀਨ ਧਾਰਮਿਕ ਪੱਖ ਜਿਹੜਾ ਸੀਗਾ ਉਹ ਥੋੜ੍ਹਾ ਘਟਿਆ। ਸਾਇੰਟੀਫਿਕ ਅਪਰੋਚ ਜਿਹਨੂੰ ਕਹਿ ਲਓ, ਐਵੀਡੈਂਸ ਬੇਸਡ ਅਪਰੋਚ ਜਿਹੜੀ ਉਹ ਅਡੋਪਟ ਕੀਤੀ ਗਈ, ਜਿਹਨੂੰ ਅਸੀਂ ਸਾਇੰਟੀਫਿਕ ਅਪਰੋਚ ਕਹਿ ਦਿੰਦੇ ਹਾਂ। ਉਹਦੇ ਨਾਲ ਜਿਵੇਂ ਮਨੁੱਖ ਦੀ ਹਰ ਸਮੱਸਿਆ ਦਾ ਹੱਲ ਐਲੋਪੈਥੀ ਵਿੱਚੋਂ ਲਿਆਂਦਾ ਗਿਆ, ਉਹਦੇ ਨਾਲ ਰਿਲੇਟ ਕੀਤਾ ਗਿਆ। ਜੋ ਬੰਦੇ ਦੀ ਫਿਜ਼ੀਕਲ ਐਬਿਲਿਟੀ ਹੈ, ਜੋ ਫਿਜ਼ੀਕਲ ਇਹਦੀ ਪ੍ਰੈਜ਼ੈਂਸ ਹੈ, ਉਸੇ ਨੂੰ ਹੀ ਆਖਰੀ ਸੱਚ ਮੰਨਿਆ ਗਿਆ, ਉਹਦੇ ਰਿਲੇਟਡ ਹੀ ਸਭ ਚੀਜ਼ਾਂ ਚੱਲੀਆਂ। ਹੌਲੀ ਹੌਲੀ ਕਰਕੇ ਇਹ ਵੀ ਪਤਾ ਲੱਗਾ ਨਹੀਂ ਇਹ ਫਾਈਨਲ ਜਿਹੜੀ ਰਿਐਲਿਟੀ ਨਹੀਂ ਹੈਗੀ, ਜਿਹੜਾ ਬਾਡੀ ਦੇ ਨਾਲ ਇੱਕ ਮਾਈਂਡ ਦਾ ਰਿਲੇਸ਼ਨ ਆ, ਜਿਹੜਾ ਬਿਯੋਂਡ ਬ੍ਰੇਨ ਆ, ਉਹਦੀ ਗੱਲ ਵੀ ਕੀਤੀ ਜਾਏ। ਫਿਰ ਕੁਝ ਇੰਟਰਨਲ ਟ੍ਰੇਟਸ ਦੀ ਗੱਲ ਆਉਣੀ ਸ਼ੁਰੂ ਹੋ ਗਈ। ਫਿਰ ਅੱਗੇ ਤੋਂ ਅੱਗੇ ਚੀਜ਼ਾਂ ਇਜ਼ਾਫੀ 'ਚ ਵੱਧਦੀਆਂ ਗਈਆਂ। ਹੁਣ ਲਗਾਤਾਰ ਮਤਲਬ ਤੁਸੀਂ ਯੇਲ ਤੋਂ ਲੈ ਕੇ ਹਾਰਡਵਰਡ ਅਤੇ ਆਕਸਫੋਰਡ ਤੋਂ ਲੈ ਕੇ ਇੱਧਰ ਜਿਹੜਾ ਹੈ ਬਾਰਕਲੀ ਤੱਕ ਆ ਜਾਓ, ਅਤੇ ਸਾਰਿਆਂ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਏਗਾ ਕਿ ਜਿੰਨੇ ਵੀ ਸਟੱਡੀਜ਼ ਹੋ ਰਹੀਆਂ ਨੇ, ਈਵਨ COVID-19 ਦੇ ਉੱਤੇ ਬੜੇ ਸ਼ੋਰਟਨ ਪੀਰੀਅਡ ਦੇ ਵਿੱਚ ਜੋ ਕੁਝ ਸਟੱਡੀਜ਼ ਆ ਰਹੀਆਂ ਨੇ, ਉਹਦੇ 'ਚ ਮੈਂਟਲ ਹੈਲਥ ਦੇ ਇਫੈਕਟ ਨੂੰ ਪਕੜਿਆ ਜਾ ਰਿਹਾ ਹੈਗਾ, ਹਿਊਮਨ ਮਾਈਂਡ ਸੈੱਟ ਦੀ ਗੱਲ ਹੋ ਰਹੀ ਹੈ। ਅੱਜ ਹੀ ਸਾਰੀ ਰਿਪੋਰਟ ਇਹਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਸ਼ਾਇਰ ਹੋ ਰਹੀਆਂ ਸੀਗੀਆਂ। ਜੋ ਸਭ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜਾ ਬਾਡੀ ਅਤੇ ਮਾਈਂਡ ਦਾ ਕਨੈਕਸ਼ਨ ਆ, ਇਸ ਨੂੰ ਕਿਸੇ ਤਰੀਕੇ ਦੇ ਨਾਲ ਵੀ ਅਸੀਂ ਮਤਲਬ ਅੰਡਰ ਐਸਟੀਮੇਟ ਨਹੀਂ ਕਰ ਸਕਦੇ, ਇਸ ਨੂੰ ਅਸੀਂ ਦੂਰਾਡੇ ਨਹੀਂ ਕਰ ਸਕਦੇ। ਫਿਰ ਇਹਦੇ ਨਾਲ ਹੀ ਆਪਾਂ ਰੋਜ਼ ਹੀ ਥੋੜ੍ਹੀ ਬਹੁਤੀ ਬਾਤ ਕਰਦੇ ਹਾਂ, ਸਪਿਰਿਚੁਅਲਿਟੀ ਦੀ ਵੀ ਗੱਲ ਵੀ ਆ ਰਹੀ ਹੈ। ਹੁਣ ਜੋ ਸਪਿਰਿਚੁਅਲ ਸਾਈਡ ਤੋਂ ਬਾਤ ਆ ਰਹੀ ਹੈ, ਉਹਦੇ ਵਿੱਚ ਹੁਣ ਸਰਲ ਭਾਵ ਵਿੱਚ ਲੈ ਲਈਏ ਕਿ ਕੋਈ ਬੰਦਾ ਆ, ਉਸ ਨੂੰ ਉਹਦੀ ਡੈਸਟਨੀ ਤੱਕ ਲਿਜਾਣ ਵਾਲੀ ਫਿਜ਼ੀਕਲ ਐਬਿਲਿਟੀ ਹੈ ਇਕੱਲੀ ਨਹੀਂ ਪਾਈ, ਉਹਦਾ ਕੇਵਲ ਇੰਟਲੈਕਟ ਆ, ਬੌਧਿਕ ਰੂਪ ਵਿੱਚ ਕਿੱਥੇ ਖੜਾ ਆ, ਕਿਸ ਤਰੀਕੇ ਨਾਲ ਉਹ ਆ, ਨਹੀਂ ਪਾਈ। ਫਿਰ ਕੋਈ ਹੋਰ ਚੀਜ਼ ਵੀ ਰੋਲ ਪਲੇ ਕਰਦੀ ਹੈ, ਹਾਂ ਭਾਈ, ਜਿਹਨੂੰ ਅਸੀਂ ਸਪਿਰਿਟ ਕਹਿੰਦੇ ਹਾਂ, ਐਨਰਜੀ ਕਹਿੰਦੇ ਹਾਂ, ਜਿਹਦੇ 'ਚ ਅੱਜ ਹੀ CBC ਉੱਤੇ ਇੱਕ ਪੂਰੀ ਦੀ ਪੂਰੀ ਇਹਦੇ ਬਾਬਤ ਰਿਪੋਰਟ ਸੀਗੀ। The people who are very optimistic in life, they are more wealthier, they are more healthier, they are more actually successful। ਉਹ ਸਾਰੀ ਬਾਤ ਆ ਰਹੀ ਹੈ। ਹੁਣ ਜ਼ਿੰਦਗੀ ਦੇ ਰਵੱਈਏ ਦੇ ਪ੍ਰਤੀ ਪੈਸੀਮਿਸਟਿਕ ਹੋਣਾ ਅਤੇ ਆਪਟੀਮਿਸਟਿਕ ਹੋਣਾ, ਇਹ ਤੇ ਬੰਦੇ ਦੇ ਮੂਡ 'ਤੇ, ਐਟੀਟਿਊਡ 'ਤੇ, ਉਹਦੇ ਮਤਲਬ ਕਹਿ ਲਵੋ ਕਿ ਉਹਦੀ ਜਿਹੜੀ ਅੰਦਰ ਦੀ ਸੋਚ ਅਤੇ ਸੁਹਜ ਆ, ਉਹਦੇ 'ਤੇ ਖੜਾ ਹੈ ਸਭ ਕੁਛ। ਇੱਕੋ ਚੀਜ਼ ਆ, ਉਸ ਨੂੰ ਵੇਖ ਕੇ ਇੱਕ ਬੰਦਾ ਇਤਨਾ ਨੈਗੇਟਿਵ ਹੋ ਜਾਏ ਕਿ ਸਭ ਕੁਝ ਹੀ ਮਤਲਬ ਦਾਅ 'ਤੇ ਲੱਗ ਜਾਏ। ਇੱਕ ਚੀਜ਼ ਆ ਬੜੀ ਨੈਗੇਟਿਵ ਹੋ ਰਹੀ ਹੈ, ਪਰ ਬੰਦਾ ਉਹਦੇ 'ਚੋਂ ਕੁਝ ਨਾ ਕੁਝ ਪੋਜ਼ੀਟਿਵ ਵੇਖ ਕੇ ਫਿਰ ਤੁਰ ਪਵੇ। ਸਪਿਰਿਟ ਆ ਸਾਰੇ ਦੀ ਸਾਰੀ। ਹੁਣ ਇਹ ਜਿਹੜੀ ਚੀਜ਼ ਆ ਕਿ ਸੰਸਾਰ ਦੇ ਵਿੱਚ, ਮੈਂ ਗੁਰੂ ਗ੍ਰੰਥ ਸਾਹਿਬ 'ਚ ਆ ਜਾਂਦਾ ਵਾਪਸ, ਕਿਉਂਕਿ ਕਈ ਵਾਰ ਚੀਜ਼ਾਂ ਹੁੰਦੀਆਂ ਸਾਨੂੰ ਲੱਗਦਾ ਕਿ ਕਿਤੇ ਐਵੇਂ ਗੱਲ ਹੀ ਹੈ ਸਾਰੀ।
ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਦੁੱਖ ਦਾਰੂ ਸੁਖ ਰੋਗ ਪਿਆ, ਕਿੰਨਿਆਂ ਨੂੰ ਦੁੱਖ ਦਾਰੂ ਲੱਗਦਾ? ਦੁੱਖ ਤੇ ਬੰਦਾ ਕਹਿੰਦਾ ਵੀ ਵਾਸਤਾ ਹੀ ਹੈ ਰੱਬਾ, ਮਤਲਬ ਘਰ ਦੀ ਪਿਛਲੀ ਕੰਧ ਦੇ ਕੋਲੋਂ ਵੀ ਨਾ ਲੰਘੇ, ਦਰਵਾਜ਼ੇ ਦੇ ਉੱਤੇ ਕੀ ਆਉਣਾ ਇਹਨੇ, ਆਈ ਡੋਂਟ ਵਾਂਟ ਟੂ ਸੀ ਇਟ। ਪਰ ਤੁਹਾਡੇ ਵਾਂਟ ਜਾਂ ਨਾ ਵਾਂਟ ਕਰਨ ਨਾਲ ਕੀ ਫਰਕ ਪੈਂਦਾ ਆ? ਜੋ ਹੋਣਾ ਹੈ ਉਹ ਹੋਣਾ ਆ, ਵਾਪਰਨਾ ਸੰਸਾਰ ਆ। ਅਨਸਰਟਨਟੀ ਇਜ਼ ਦ ਲਾ ਆਫ ਨੇਚਰ। ਤੁਹਾਡੀ ਆਪਣੀ ਹੈਲਥ ਹੈ, ਤੁਹਾਡੀ ਵੈਲਥ ਹੈ, ਤੁਹਾਡਾ ਫੈਮਿਲੀ ਹੈ, ਤੁਹਾਡਾ ਸੋਸ਼ਲ ਸਟੇਟਸ ਸਟਰਕਚਰ, ਸਾਰਾ ਕੁਝ ਅਨਸਰਟਨਟੀ ਬਣੀ ਪਈ ਹੈ। ਕਿੰਨੇ ਵੀ ਤੁਸੀਂ ਮਤਲਬ ਆਪ ਇਹ ਦੇਖੋ, ਰੋਡ ਤੇ ਰੋਜ਼ ਐਕਸੀਡੈਂਟ ਹੁੰਦੇ ਨੇ। ਸਾਰੇ ਐਕਸੀਡੈਂਟ ਕਰਨ ਵਾਲੇ ਲੋਕ ਸਾਰੇ ਗਲਤ ਡਰਾਈਵਰ ਨੇ, ਸਾਰੇ ਰੋਂਗ ਡਰਾਈਵਰ ਨੇ, ਸਾਰੇ ਮਿਸਟੇਕਸ ਕਰਨ ਵਾਲੇ ਲੋਕ ਨੇ। ਹੋਣਗੇ, ਛੋਟੀ ਜਿਹੀ ਗਿਣਤੀ ਹੋਏਗੀ, ਪਰ ਬੜੇ ਲੋਕ ਜਿਹੜੇ ਬੜੇ ਸਿਆਣੇ ਨੇ, ਪੂਰੀ ਪੂਰੀ ਉਮਰ ਜਿਹਨਾਂ ਨੇ ਕਿੰਨੇ ਕਿੰਨੇ ਸਾਲ ਦਾ ਡਰਾਈਵਿੰਗ ਰੈਕਟ ਹੈ, ਬਿਲਕੁਲ ਕਲੀਨ। ਅੱਜ ਸਿਚੁਏਸ਼ਨ ਐਸੀ ਬਣ ਗਈ, ਕਿਸੇ ਹੋਰ ਦੀ ਮਿਸਟੇਕ, ਕੋਈ ਟੈਕਨੀਕਲ ਮਿਸਟੇਕ ਹੋ ਗਏ ਇਨਵੋਲਵ। ਹੁਣ ਇਸ ਦੇ ਵਿੱਚ ਤੇ ਉਹਦੀ ਬੰਦਾ ਚਾਹ ਕੇ ਵੀ ਕਹੇ ਕਿ ਮੈਂ ਨਹੀਂ ਮੈਂ ਬਹੁਤ ਹੁਸ਼ਿਆਰ ਹਾਂ, ਮੈਂ ਬਹੁਤ ਚਲਾਕ ਹਾਂ, ਮੈਂ ਸਾਰਾ ਕੁਝ ਨਾ ਪਾਈ। ਇਹ ਸਭ ਚੀਜ਼ਾਂ ਜਿਹੜੀ ਅਨਸਰਟਨਟੀ ਹੈ ਲਾਈਫ ਦਾ ਪਾਰਟ ਆ। ਤੇ ਇਹਦੇ ਲਈ ਪ੍ਰਪੇਅਰ ਰਹਿਣਾ, ਰੈਡੀ ਰਹਿਣਾ, ਆਪਣੇ ਆਪ ਨੂੰ ਦੱਸਣਾ ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ ਰਜ਼ਾ ਵਿੱਚ ਰਹਿਣਾ ਆ। ਜੋ ਹੋਏਗਾ ਉਸ ਤਰੀਕੇ ਨਾਲ ਜੀ ਆਇਆਂ ਕਹਾਂਗੇ, ਉਹਦੇ ਵਿੱਚੋਂ ਚੀਜ਼ਾਂ ਵੇਖਾਂਗੇ ਕਿਵੇਂ ਜਾਣਾ ਹੈਗਾ। ਜਾਂ ਹੋਰ ਸ਼ਬਦ ਅਸੀਂ ਅਕਸਰ ਪੜ੍ਹਦੇ ਹਾਂ ਜਿਸ ਸਾਹਿਬ ਜ਼ਿਕਰ ਕਰਦੇ, ਕੇਤਿਆਂ ਦੁੱਖ ਭੂਖ ਸਦਮਾਰ, ਦੁੱਖ ਭੁੱਖ ਸਦੀਵੀ ਮਾਰਾਂ, ਇਹਨਾਂ ਨੂੰ ਦਾਤਾਂ ਦੇ ਰੂਪ ਵਿੱਚ ਲੈ ਲੈਣਾ। ਇੱਕ ਆਪਟੀਮਿਸਟਿਕ ਵੇ ਦੇ ਨਾਲ ਦੇਖਣਾ ਉਸ ਸਾਰੇ ਨੂੰ, ਇੱਕ ਹੋਪਫੁਲਨੈਸ ਅੰਦਰ ਰੱਖਣੀ, ਇੱਕ ਜਿਹੜਾ ਹੈਗਾ ਬੜੇ ਹੋਪਫੁਲ ਹੋਣਾ, ਆਸਮੰਦ ਹੋਣਾ। ਇਹ ਚੀਜ਼ਾਂ ਜਿਹੜੀਆਂ ਨਾਲ ਨਾਲ ਚੱਲਣੀਆਂ। ਜੇ ਬੰਦਾ ਇਹਨਾਂ ਆਸਾਂ ਦੇ ਨਾਲ, ਜਿਵੇਂ ਸਪੋਜ਼ ਕਰੋ ਰਾਤ ਪੈ ਰਹੀ ਹੈ ਤੇ ਬੰਦਾ ਮਤਲਬ ਲੋਕਾਂ ਨੂੰ ਐਨਗਜ਼ਾਇਟੀ ਹੁੰਦੀ ਹੈ ਡਿਫਰੈਂਟ ਚੀਜ਼ਾਂ ਤੋਂ, ਆਪ ਵੀ ਦੇਖਦੇ ਹੋ ਵੈਦਰ ਚੇਂਜ ਹੁੰਦਾ ਆ, ਕਈਆਂ ਨੂੰ ਵਿੰਟਰ ਸ਼ੁਰੂ ਹੋਣ ਲੱਗਦੀ ਹੈ ਤਾਂ ਐਨਗਜ਼ਾਇਟੀ ਸ਼ੁਰੂ ਹੋ ਜਾਂਦੀ ਹੈ, ਐਂਕਸ਼ੀਅਸ ਫੀਲ ਕਰਨਾ ਸ਼ੁਰੂ ਕਰ ਦਿੰਦੇ ਨੇ। ਕਈ ਸੀਜ਼ਨ ਬਦਲਦਾ ਆ, ਜਿਵੇਂ ਸਪੋਜ਼ ਕਰੋ ਹੁਣ ਪੋਲਨ ਆਉਣਾ ਆ, ਥੋੜ੍ਹਾ ਗਰੀਨਰੀ ਆਉਣੀ ਹੈ, ਜਿਹੜੇ ਇਹਨਾਂ ਚੀਜ਼ਾਂ ਤੋਂ ਐਲਰਜੀ ਫੀਲ ਕਰਦੇ ਨੇ ਉਹ ਇਹਨਾਂ ਬਾਰੇ ਇੱਕਦਮ ਨੈਗੇਟਿਵ ਸੋਚਣਾ ਸ਼ੁਰੂ ਕਰ ਦਿੰਦੇ, ਅੰਦਰ ਆ ਕੀ ਬਣ ਗਿਆ, ਆ ਕੀ ਹੋਣ ਲੱਗਾ, ਇਹ ਸਭ ਚੀਜ਼ਾਂ। ਪਰ ਇਸ ਸਾਰੇ ਨੂੰ ਜੇ ਅਸੀਂ ਆਪਾਂ ਸਹੀ ਢੰਗ ਨਾਲ ਦੇਖਿਆ ਜਾਏ ਤੇ ਭਾਈ ਜੋ ਹੈ ਸੋ ਹੈ, ਹੋਏਗਾ, ਉਹ ਚੀਜ਼ਾਂ ਹੋਣਗੀਆਂ, ਵਾਪਰਨਗੀਆਂ ਇਸ ਤਰੀਕੇ ਦੇ ਨਾਲ। ਬਟ ਬੀਇੰਗ ਏ ਹਿਊਮਨ, ਮੇਰੇ ਕੋਲ ਬੜੇ ਸੋਲਿਊਸ਼ਨ ਨੇ, ਮੇਰੇ ਕੋਲ ਬੜੇ ਉਹਦੇ ਬਾਬਤ ਜਿਹੜਾ ਕਰਨ ਵਾਸਤੇ ਇੰਤਜ਼ਾਮ ਨੇ, ਸਭ ਚੀਜ਼ਾਂ ਨੂੰ ਉਹਨਾਂ ਉਸ ਤਰੀਕੇ ਨਾਲ ਫੋਲੋ ਕਰਾਂਗੇ। ਬੰਦਾ ਇਹ ਤਾਂ ਨਹੀਂ ਕਿ ਢੇਰੀ ਢਾਲ ਲਏਗਾ, ਉਹ ਸਭ ਚੀਜ਼ਾਂ ਕਰ ਲਵੇਗਾ। ਪਰ ਇਹ ਜਿਹੜੀ ਸੋਚ ਆ ਜਿਹਦੇ 'ਚ ਇਹ ਕਹਿਣਾ ਕਿ ਨੋ, ਮਤਲਬ ਕਿਸੇ ਚੀਜ਼ ਅੱਗੇ ਸਰੈਂਡਰ ਕਰ ਦੇਣਾ, ਗਿਵ ਅਪ ਕਰ ਦੇਣਾ ਬਿਲਕੁਲ, ਇਹ ਜਿਹੜੀ ਬੰਦੇ ਦਾ ਕੌਨਫੀਡੈਂਸ ਲੈਵਲ ਆ, ਬੰਦੇ ਦੇ ਸੋਚ ਦਾ ਮੰਡਲ ਆ, ਇਹ ਪਤਾ ਕੀ ਹੈ? ਇਹ ਦਾਤ ਹੈ, ਇਹ ਨਵਾਜ਼ਿਸ਼ ਹੈ, ਇਹ ਕਰਤਾਰੀ ਰੰਗ ਹੈ। ਇਸ ਨੂੰ ਅੱਜ ਦੀ ਸਾਇੰਸ ਜਾਂ ਅੱਜ ਦਾ ਜਿਹੜਾ ਰਾਈਟਿੰਗ ਜਾਂ ਨਰੇਸ਼ਨ ਕਰਨ ਵਾਲਾ ਰੂਪ ਆ ਮਨੁੱਖੀ ਲਿਟਰੇਚਰ ਨੂੰ ਓਰਾ ਕਹਿੰਦਾ ਹੈ ਕਿ ਸਾਡਾ ਇੱਕ ਓਰਾ ਹੁੰਦਾ ਸੀ, ਉਹ ਲੈ ਕੇ ਤੁਰਦੇ ਹਾਂ, ਉਹਦੇ ਮੁਤਾਬਕ ਪਤਾ ਲੱਗਦਾ ਹੈ ਪੋਜ਼ੀਟਿਵ ਹੈ, ਨੈਗੇਟਿਵ ਹੈ, ਅਗਾਂਹ ਵਧੂ ਹੈ, ਪਿਛਾਂ ਖਿੱਚੂ ਹੈ, ਸਭ ਚੀਜ਼ਾਂ ਦੇ ਰੂਪ ਵਿੱਚ। ਗੁਰੂ ਬਾਬਾ ਜੀ ਨੇ ਨੂੰ ਕਿਹਾ ਇਹ ਦਾਤ ਹੈ, ਇਹ ਸਵਾਈ ਦਾਤ ਹੈ ਬੰਦੇ ਦੀ। ਤੇ ਫਿਰ ਇਸ ਤਰੀਕੇ ਦੇ ਵਿਹਾਰ, ਇਸ ਕਿਸਮ ਦੀ ਜਿਹੜੀ ਚੀਜ਼ ਆ, ਇਹ ਜ਼ਿੰਦਗੀ ਦੇ ਹਰ ਪਹਿਲੂ ਦੇ ਵਿੱਚ ਬੰਦੇ ਨੂੰ ਚੜ੍ਹਦੀ ਕਲਾ ਵਾਲੇ ਪਾਸੇ ਲੈਂਦੀ ਤੁਰੀ ਲੱਗੀ ਜਾਂਦੀ ਹੈ। ਉਹ ਭਾਵੇਂ ਪਦਾਰਥਕ ਦੁਨੀਆ ਆ ਜਿੱਥੇ ਵੀ ਬਾਤ ਹੁੰਦੀ ਹੈ, ਫਿਰ ਪਰਿਵਾਰਕ ਦੁਨੀਆ ਉਹਦੇ 'ਚ ਵੀ ਬਾਤ ਹੁੰਦੀ ਹੈ, ਫਿਰ ਇੱਕ ਦਿਨ ਪਰਮਾਰਥਕ ਦੁਨੀਆ ਵੀ ਹੁੰਦੀ ਹੈ, ਜਦੋਂ ਅਲਟੀਮੇਟਲੀ ਤੇ ਵਿਦਾਇਗੀ ਹੈ ਨਾ ਸੰਸਾਰ ਤੋਂ। ਇਹ ਜਿਹੜਾ ਸਟਰਕਚਰ ਹੈ, ਸਭ ਚੀਜ਼ਾਂ ਨੇ ਇੱਕ ਦਿਨ ਖੀਣ ਹੋ ਜਾਣਾ। ਇਹ ਤੇ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆਂ ਜੀਵਣਾ ਭੀਤਨ ਹੋ ਸੀਖੇ। ਇੱਕ ਦਿਨ ਵਡੇਰਾਪਨ ਆਏਗਾ ਜੇ ਬੰਦਾ ਪੂਰੀ ਉਮਰ ਵੀ ਭੋਗੇਗਾ ਤੇ ਉਸ ਦਿਨ ਕੰਬਣ ਲੱਗੀ ਦੇ, ਸਰੀਰ ਦੇ ਤਾਬ ਨਹੀਂ ਰਹੇਗੀ, ਕਾਂਪ ਆਏਗੀ ਉਸ ਦਿਨ। ਜਦੋਂ ਸਰੀਰ ਤਾਬ ਨਹੀਂ ਰਹੇਗੀ, ਮਤਲਬ ਜਿਹਨੂੰ ਭਗਤ ਫਰੀਦ ਜੀ ਨੇ ਕਿਹਾ ਸੀਗਾ ਵੀ ਫਰੀਦਾ ਕਿੰਨੀ ਨਿੱਕੀ ਜੰਗੀ ਥਲ ਡੂੰਗਰ ਭਵਿਅਮ, ਅੱਜ ਫਰੀਦਾ ਕੁਜੜਾ ਸੈ ਕੋਹਾਂ ਥੀਓਮ।
ਮਤਲਬ ਕਿੰਨੀਆਂ ਛੋਟੀਆਂ ਛੋਟੀਆਂ ਲੱਤਾਂ ਦੇ ਨਾਲ, ਜਿੱਥੇ ਲੱਤਾਂ ਦਾ ਜੋੜ ਹੁੰਦਾ ਉਹਨੂੰ ਮਤਲਬ ਜੰਗ ਜਾਂ ਪਾਉਣਾ ਅਸੀਂ ਕਹਿੰਦੇ ਉਸ ਤਰੀਕੇ ਨਾਲ, ਇੱਥੇ ਜੰਗੀ ਲਫ਼ਜ਼ ਯੂਜ਼ ਕੀਤਾ ਆ। ਇਹ ਛੋਟੇ ਛੋਟੇ ਸਾਡੇ ਲੱਤਾਂ ਦੇ ਨਾਲ, ਇੰਦੀ ਐਨਰਜੀ ਦੇ ਨਾਲ ਅਸੀਂ ਸਾਰੀ ਦੁਨੀਆ ਘੁੰਮ ਮਾਰੀ। ਕੀ ਹੋਇਆ ਕਿ ਅੱਜ ਹਾਲਤ ਇਹ ਹੈ, ਅੱਜ ਫਰੀਦਾ ਕੁਜੜਾ ਸੈ ਕੋਹਾਂ ਥੀਓ, ਅੱਜ ਸਿਰਹਾਣੇ ਪਿਆ ਪਾਣੀ ਦਾ ਕੁੱਜਾ, ਇੰਝ ਲੱਗਦਾ 100 ਕੋਹ ਤੇ ਪਿਆ ਆ। ਕਿਉਂ? ਕਿਉਂਕਿ ਇੰਨੀ ਸਮਰੱਥਾ ਨਹੀਂ ਰਹਿ ਗਈ। ਬੰਦੇ ਦੀ ਬੇਵਸੀ ਹੈ, ਸਰੀਰ ਨੂੰ ਐਵੇਂ ਨਹੀਂ ਕਰਨਾ ਚਾਹੁੰਦਾ, ਇਸ ਤਰ੍ਹਾਂ ਕਰਨਾ ਚਾਹੁੰਦਾ। ਤੁਸੀਂ ਕਿ ਦੇਖੋ ਬੰਦੇ ਨੂੰ ਉਮਰ ਨਾਲ ਬੰਦੇ ਨੂੰ ਪਤਾ ਲੱਗਦਾ ਹੈ, ਜਦੋਂ ਸਿਚੁਏਸ਼ਨ ਹੁੰਦੀ ਹੈ। ਕੋਈ ਬੰਦਾ ਬੈੱਡ 'ਤੇ ਸਪੋਜ਼ ਕਰੋ ਬੈੱਡ ਰੈਸਟ ਹੀ ਕਰ ਰਿਹਾ, ਲੰਮਾ ਪਿਆ ਆ, ਤੁਸੀਂ ਕਹੋਗੇ ਮੌਜ ਆ, ਬਸ ਬੈੱਡ ਰੈਸਟ ਹੀ ਹੋ ਰਹੀ ਹੈ। ਸੱਚਾਈ ਇਹ ਹੈ, ਬੈੱਡ 'ਤੇ ਲੰਮੇ ਪੈ ਕੇ ਪਾਸਾ ਬਦਲਣ, ਉੱਠਣ, ਬਹਿਣ, ਸਾਰੇ ਵਿੱਚ ਮਸਲਸ ਯੂਜ਼ ਹੋਣੇ ਨੇ। ਉੱਠਣਾ ਤਾਂ ਵੀ ਬਾਹਾਂ 'ਚ ਜਾਨ ਚਾਹੀਦੀ ਹੈ। ਜੇ ਬਾਹਾਂ 'ਚ ਜਾਨ ਨਹੀਂ, ਜੇ ਮਸਲ ਨਹੀਂ ਹੈਗੇ, ਜੇ ਮੂਵ ਵੀ ਕਰਨਾ ਤਾਂ ਵੀ ਮਸਲ ਪਾਵਰ ਚਾਹੀਦੀ ਹੈ। ਜਿੱਥੇ ਸਾਰੀ ਬਿਲਕੁਲ ਡਰੇਨ ਹੋ ਜਾਏ, ਉੱਥੇ ਕੀ ਹਾਲਤ ਹੋਏਗੀ? ਉੱਥੇ ਤੇ ਲੋਕ ਫਿਰ ਰੋਣਗੇ, ਕੁਰਲਾਉਣਗੇ, ਤੜਪਣਗੇ। ਪਰ ਗੱਲ ਇਹ ਹੈ, ਜੇ ਇੱਕ ਸਟੇਟ ਆਫ ਮਾਈਂਡ ਉਹੋ ਜਿਹੀ ਆ ਗਈ ਹੈ, ਜਿਹਨੇ ਸਾਰੇ ਨੂੰ ਸਵੀਕਾਰਿਆ ਵੀ ਹੈ, ਤੇ ਅਗਲਾ ਵੀ ਚੀਜ਼ ਦਿਖ ਰਹੀ ਹੁਣ, ਜਿੱਧਰ ਨੂੰ ਜਾ ਰਿਹਾ ਸਰੀਰ, ਉਹਦਾ ਵੀ ਅਹਿਸਾਸ, ਵਿਜ਼ਨ ਹੈ ਅੰਦਰ। ਉਹਦੇ ਲਈ ਫਿਰ ਇਹ ਚੀਜ਼ਾਂ ਨਾ ਡਰ ਪੈਦਾ ਕਰਦੀਆਂ, ਨਾ ਕੋਈ ਖੌਫ ਪੈਦਾ ਕਰਦੀਆਂ, ਨਾ ਉਹਨਾਂ ਦੇ 'ਚ ਬੇਵਸੀ ਮਹਿਸੂਸ ਹੁੰਦੀ, ਜਿਹਨੂੰ ਅਸੀਂ ਗਿਲਟ ਕਹਿੰਦੇ ਆ। ਮਤਲਬ ਇਹ ਕਿ ਜੀਵਨ ਦੇ ਇਸ ਪੜਾਅ ਦੇ ਵਿੱਚ ਪਹੁੰਚੇ ਹੋਏ ਵੱਡਾ ਹਿੱਸਾ ਜਿਹੜਾ ਲੋਕਾਈ ਦਾ ਆ, ਉਹ ਗਿਲਟ 'ਚ ਰਹਿੰਦਾ ਆ। ਫਿਰ ਮੈਂ ਵੈਸਟਰਨ ਅਪਰੋਚ 'ਚੋਂ ਗੱਲ ਕਰ ਦਿੰਦਾ, ਕਿਉਂਕਿ ਉਹ ਮੈਂ ਪਹਿਲਾਂ ਬੇਨਤੀ ਕੀਤੀ ਐਵੀਡੈਂਸ ਬੇਸਡ ਅਪਰੋਚ ਆ। ਜਿਨ੍ਹਾਂ ਲੋਕਾਂ ਨੇ, ਜਿਹਨੂੰ ਅਸੀਂ ਜਿਹੜਾ ਹੈਗਾ ਪੋਲਿਟ ਕੇਅਰ ਕਹਿੰਦੇ ਆ, ਜਾਂ ਟਰਮੀਨਲ ਕੇਅਰ ਕਹਿ ਦਿੰਦੇ ਆ, ਜਾਂ ਲੌਂਗ ਟਰਮ ਕੇਅਰ ਕਹਿੰਦੇ ਆ, ਜਿੱਥੇ ਲੋਕ ਜ਼ਿੰਦਗੀ ਦੇ ਆਖਰੀ ਪੜਾਅ ਦੇ ਵਿੱਚ ਮੋਸਟਲੀ ਹੁੰਦੇ ਨੇ ਡਿਊ ਟੂ ਸਮ ਸਵੀਅਰ ਕ੍ਰੋਨਿਕ ਡਿਜ਼ੀਜ਼ ਜਾਂ ਏਜ ਫੈਕਟਰ ਕਰਕੇ, ਉੱਥੇ ਕੰਮ ਕਰਨ ਵਾਲੇ ਕੁਝ ਡਾਕਟਰਸ ਨੇ, ਕੁਝ ਨਰਸਿਸ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਲਿਖੇ ਕਿਤਾਬਾਂ ਵਿੱਚ। ਇਹਦੇ ਉੱਤੇ ਬਹੁਤ ਸਾਰਾ ਲਿਟਰੇਚਰ 'ਚ ਪੜ੍ਹਨ ਨੂੰ ਮਿਲ ਜਾਂਦਾ ਹੈ। ਤੇ ਫਿਰ ਦੱਸਦੇ ਕਿ ਉਸ ਹਾਲਤ ਵਿੱਚ ਜਦੋਂ ਉਹਨਾਂ ਦੇ ਕੋਈ ਹੁਣ ਬੰਦਾ ਓਲਡ ਹੋਮ ਵਿੱਚ ਬੈਠਾ ਆ, ਬੰਦਾ ਉਸ ਜਿਹੜਾ ਹੈਗਾ ਟਰਮੀਨਲ ਕੇਅਰ ਦੇ ਵਿੱਚ ਆ, ਤੇ ਉੱਥੇ ਬਹੁਤ ਜ਼ਿਆਦਾ ਸੰਸਾਰ ਦੀ ਤੇ ਹੁਣ ਕੋਈ ਉਸ ਕਿਸਮ ਦੀ ਬੰਦੇ ਦੀ ਇੰਗੇਜਮੈਂਟ, ਉਸ ਕਿਸਮ ਦੀ ਬੰਦੇ ਦੀ ਸਾਂਝ ਨਹੀਂ ਨਾ ਹੈਗੀ। ਉੱਥੇ ਤਾਂ ਕੋਈ ਵਿਜ਼ਿਟ ਕਰਨ ਵੀ ਨਹੀਂ ਆਉਂਦਾ, ਖਾਸ ਕਰਕੇ ਜਿਵੇਂ ਕੋਵਿਡ ਟਾਈਮ ਵਿੱਚ ਲੰਘ ਰਹੇ ਆ, ਇੱਥੇ ਅਲਾਓ ਹੀ ਨਹੀਂ ਹੈਗਾ, ਫੈਮਿਲੀ ਨਹੀਂ ਵਿਜ਼ਿਟ ਕਰ ਸਕਦੀ, ਬੰਦਾ ਨਹੀਂ ਕਿਤੇ ਜਾ ਸਕਦਾ। ਸੋ ਤੇ ਵੈਸੇ ਵੀ ਉਹਦੇ 'ਚ ਇੰਨੀ ਐਬਿਲਿਟੀ ਨਹੀਂ ਹੈਗੀ, ਇਸੇ ਕਰਕੇ ਉੱਥੇ ਹੈਗਾ। ਹੁਣ ਉਸ ਹਾਲਤ ਦੇ ਵਿੱਚ ਜੇ ਉਹਦੇ ਕੋਲ ਸਟੇਟ ਆਫ ਮਾਈਂਡ ਨਹੀਂ ਹੈਗੀ ਕੋਈ, ਆਪ ਅੰਦਾਜ਼ਾ ਲਾ ਕੇ ਦੇਖੋ ਹਾਲਤ ਕੀ ਹੋਏਗੀ। ਅੱਜ ਜਦੋਂ ਅਸੀਂ ਡਾਇਮੈਂਸ਼ੀਆ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਅੱਜ ਹੋਰ ਮੈਮਰੀ ਰਿਲੇਟਡ ਗੱਲਾਂ ਕਰਦੇ ਹਾਂ, ਉਸ ਤਰੀਕੇ ਦੇ ਨਾਲ ਲੋਕਾਂ ਨੂੰ ਕਿਵੇਂ ਫਿਰ ਲਗਾਤਾਰ ਜਿਵੇਂ ਇੱਕ ਕਹਿ ਲਓ ਇੱਕ ਫੋਰਸਫੁਲੀ, ਇੱਕ ਇਨਵਿਜ਼ੀਬਲ ਉਹਨਾਂ ਵਾਸਤੇ ਕੇਵ ਬਣਾਈ ਜਾਂਦੀ ਹੈ, ਇੱਕ ਉਹਨਾਂ ਲਈ ਜਿਹੜਾ ਹੈਗਾ ਇੱਕ ਸੈੱਲ ਬਣਾਇਆ ਜਾਂਦਾ ਹੈ ਮੈਡੀਸਨ ਦੇ ਕੇ, ਤਾਂ ਕਿ ਇਸ ਚੀਜ਼ ਤੋਂ ਬਾਹਰ ਨਾ ਜਾਣ, ਬੇਹੋਸ਼ ਹੀ ਰਹਿਣ, ਇਸ ਹਾਲਤ ਵਿੱਚ ਰਹਿਣ। ਹੁਣ ਬੇਹੋਸ਼ੀ ਦੇ ਵਿੱਚ ਵੀ ਇਹ ਹੈ, ਹਾਲਾਂਕਿ ਇਹਦੇ 'ਤੇ ਵੀ ਰਿਸਰਚ ਆਈ ਹੈ ਬੜੀ ਸਾਰੀ। ਐਨਸਥੀਸ਼ੀਆ ਦੇ ਵਿੱਚ ਜਦੋਂ ਲੋਕ ਜਾਂਦੇ ਨੇ, ਬੇਹੋਸ਼ ਹੋ ਜਾਂਦੇ ਨੇ, ਉਦੋਂ ਅਨਕੌਂਸ਼ੀਅਸ ਮਾਈਂਡ 'ਚ ਕੀ ਚੱਲਦਾ ਹੈ, ਉਹੋ ਜਿਹੀਆਂ ਹਾਲਾਤਾਂ ਬਾਰੇ ਪਤਾ ਲੱਗਦਾ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਾ ਕੇ ਦੇਖੋ, ਜਿਹੜੀ ਪੇਨ ਆ ਇਹਨੂੰ ਹੋਰ ਲੈਵਲ 'ਤੇ ਦੇਖ ਲੈਣਾ। ਮੈਂ ਛੋਟੇ ਜਿਹੇ ਰੰਗ ਇੱਕ ਹੋਰ ਐਡ ਕਰ ਦੇਣਾ ਇਹਦੇ ਨਾਲ, ਕਿਉਂਕਿ ਚੀਜ਼ਾਂ ਫੀਲ ਕਰਨ 'ਤੇ ਹੁੰਦੀਆਂ ਨੇ ਸਭ ਖੜੀਆਂ। ਸਾਡੇ ਰੀਸੈਂਟਲੀ ਇੱਕ ਰਿਫਰੈਸ਼ਮੈਂਟ ਪ੍ਰੋਗਰਾਮ ਹੋਇਆ, ਖਾਸ ਕਰਕੇ ਜਿਹੜੇ ਲੋਕ ਥੈਰੇਪੀ ਵਰਲਡ ਦੇ ਵਿੱਚ ਨੇ ਉਹਨਾਂ ਵਾਸਤੇ ਇਹੋ ਜਿਹੇ ਪ੍ਰੋਗਰਾਮ ਹੁੰਦੇ ਨੇ। ਕੰਪੈਸ਼ਨ ਫਟੀਗ, ਬੰਦਾ ਬਹੁਤ ਜ਼ਿਆਦਾ ਕੰਪੈਸ਼ਨੇਟ ਹੋ ਕੇ ਵੀ ਇੱਕ ਦਿਨ ਥੱਕ ਜਾਂਦਾ, ਅੱਕ ਜਾਂਦਾ ਵੀ ਬਸ ਐਨਫ ਇਜ਼ ਐਨਫ। ਕਿੰਨਾ ਕੁ ਮੈਂ ਨਾਈਸ ਹੋਵਾਂ, ਕਿੰਨਾ ਕੁ ਮੈਂ ਮਦਦ ਕਰਾਂ, ਮਤਲਬ ਬੰਦੇ 'ਚ ਇਹ ਚੀਜ਼ ਆ ਜਾਂਦੀ। ਜਿਹਨਾਂ ਦਾ ਕੰਮ ਹੀ ਇਹ ਹੈ ਲੋਕਾਂ ਦੀ ਗੱਲ ਸੁਣਨਾ, ਜਿਹਨਾਂ ਦੇ ਕੰਮ ਹੀ ਇਹ ਹੈ ਲੋਕਾਂ ਦੀ ਮਦਦ ਕਰਨਾ, ਸਭ ਕਰਨਾ, ਉਹਨਾਂ ਦੇ ਦੁੱਖ ਵਿੱਚ ਉਹਨਾਂ ਦਾ ਭਾਗੀਦਾਰ ਹੋਣਾ, ਉਹਨਾਂ ਦੇ ਭਾਵੇਂ ਉਹ
ਕੋਈ ਉਹਨਾਂ ਦੀ ਡਿਪਰੈਸਿਵ ਸਾਈਡ ਆ ਰਹੀ ਹੈ ਲਾਈਫ ਦੀ, ਜਾਂ ਕੋਈ ਗਰੀਵਿੰਗ ਪ੍ਰੋਸੈਸ ਹੋ ਰਿਹਾ, ਜਾਂ ਕੋਈ ਹੋਰ ਜਿਹੜੀ ਹੈ ਕੋਈ ਡਿਜ਼ੀਜ਼ ਜਾਂ ਕੋਈ ਬਿਮਾਰੀ ਕਿਸੇ ਤਰੀਕੇ ਨਾਲ ਜੂਝ ਰਹੇ ਨੇ ਉੱਥੇ। ਹੁਣ ਉਹ ਸਾਰੇ ਦੇ ਵਿੱਚ ਇਹ ਕਿਹਾ ਗਿਆ ਕਿ ਲੋਕ ਕਈ ਵਾਰੀ ਸਟਰਗਲ ਕਾਹਦੀ ਕਰਦੇ, ਹਾਊ ਟੂ ਸੇ ਨੋ, ਵੀ ਭਾਈ ਕਿਵੇਂ ਕਿਹਾ ਜਾਏ ਵੀ ਸੌਰੀ ਮੈਂ ਤੇਰੀ ਮਦਦ ਨਹੀਂ ਕਰ ਸਕਦਾ, ਸੌਰੀ ਭਾਈ ਮੈਂ ਤੇਰਾ ਜਿਹੜਾ ਹੈਗਾ ਕੇਸ ਨਹੀਂ ਪਕੜ ਸਕਦਾ, ਭਾਈ ਮੇਰੇ ਕੋਲ ਟਾਈਮ ਨਹੀਂ ਹੈਗਾ ਤੇਰੇ ਮੈਂ ਗੱਲਾਂ ਸੁਣਨ ਵਾਸਤੇ ਆਪਣੇ ਕੰਨ ਦੇ ਸਕਾਂ। ਬੰਦਾ ਕਿੱਡਾ ਕੁ ਵੱਡਾ ਕੰਮ ਹੈ, ਪਰ ਕੰਮ ਤੇ ਬੜਾ ਵੱਡਾ ਹੈ, ਕਿਉਂਕਿ ਕਿਸੇ ਨੇ ਆਪਣਾ ਪੂਰਾ ਦਾ ਪੂਰਾ ਉਹ ਇਮੋਸ਼ਨ ਦਾ, ਉਹ ਸਾਰੀ ਪੀੜਾ ਦਾ, ਐਂਗਜ਼ਾਇਟੀ ਦਾ, ਉਹ ਸਾਰੀ ਸਟਰਗਲ ਦਾ ਬੈਗ ਵਿਹਲਾ ਕਰਨਾ। ਜਿਹਦੇ ਸਾਹਮਣੇ ਵਿਹਲਾ ਕਰਨਾ ਹੈ ਉਹ ਪੱਥਰ ਤੇ ਹੈ ਨਹੀਂ, ਉਹ ਵੀ ਬੰਦਾ, ਤੇ ਉਹਨੇ ਉਸ ਨੂੰ ਪੂਰੇ ਨੌਨ ਜਜਮੈਂਟਲ ਵੇ ਦੇ ਨਾਲ ਲੈਣਾ ਆ, ਸਮਝਾਉਣਾ ਆ, ਪਰਸਪੈਕਟਿਵ ਦੇਣਾ ਸਾਰਾ ਉਸ ਰੂਪ ਦੇ ਵਿੱਚ। ਬੰਦਾ ਕਹਿੰਦਾ ਵੀ ਨੋ ਭਾਈ ਮੈਂ ਨਹੀਂ ਕਰ ਸਕਦਾ, ਐਨਫ ਇਜ਼ ਐਨਫ, ਆਈ ਐਮ ਆਲਰੇਡੀ ਟਾਇਰਡ ਆਫ ਦੈਟ, ਸੋ ਪਲੀਜ਼ ਮੈਨੂੰ ਮੇਰਾ ਇੰਨਾ ਹੀ ਕੰਮ ਕਰ ਸਕਦਾ। ਹੁਣ ਉਹਦੇ 'ਚ ਪਤਾ ਲੱਗਾ ਕਿਉਂਕਿ ਇਹ ਕਿੱਡੀ ਕੁ ਵੱਡੀ ਗੱਲ ਹੈ। ਸਪੋਜ਼ ਤੁਸੀਂ ਚਾਹ ਦਾ ਕੱਪ ਪੀ ਰਹੇ ਹੋ ਤੇ ਕੋਈ ਬੰਦਾ ਤੁਹਾਡੇ ਕੋਲ ਆ ਕੇ ਕਹਿੰਦਾ ਕਿ ਲੈ ਕੱਪ ਚਾਹ ਹੋਰ ਪਵਾ ਲੈ, ਤੁਸੀਂ ਆਲਰੇਡੀ ਦੇਖਦੇ ਹੋ ਵੀ ਤੁਹਾਡੇ ਪੇਟ 'ਚ ਜਗ੍ਹਾ ਨਹੀਂ ਹੈਗੀ ਤੇ ਤੁਹਾਨੂੰ ਚਾਹ ਦਾ ਟੇਸਟ ਵੀ ਠੀਕ ਠੀਕ ਹੀ ਲੱਗਾ, ਇੰਨਾ ਜ਼ਿਆਦਾ ਵਧੀਆ ਨਹੀਂ ਹੈਗਾ, ਤੇ ਤੁਸੀਂ ਹੋਰ ਚਾਹ ਲੈ ਵੀ ਨਹੀਂ ਸਕਦੇ। ਤੁਸੀਂ ਕਹੋ ਵੀ ਸੌਰੀ ਭਾਈ ਆਈ ਕੈਨ ਨੋਟ ਟੇਕ ਐਨੀ ਮੋਰ, ਥੈਂਕ ਯੂ, ਨੋ। ਠੀਕ ਹੈ ਭਾਈ, ਉਹ ਕਹਿੰਦੇ ਇੰਨੀ ਕੁ ਦੇਰ ਲੱਗਣੀ ਚਾਹੀਦੀ ਹੈ, ਪਰ ਇੰਨੀ ਕੁ ਦੇਰ ਕਿੱਥੇ ਲੱਗਦੀ ਹੈ। ਰੀਜ਼ਨ ਇਹ ਹੈ, ਕੋਈ ਬੰਦਾ ਕ੍ਰਾਈਸਿਸ ਵਿੱਚ ਹੈ ਕਿਸੇ ਜਗ੍ਹਾ ਤੇ, ਉਹਨੇ ਤੁਹਾਨੂੰ ਕਿਹਾ ਆ, ਤੁਸੀਂ ਕਹਿੰਦੇ ਵੀ ਨਾ, ਹੁਣ ਅੰਦਰ ਕੀ ਚੱਲ ਗਿਆ, ਅੰਦਰ ਇੱਕਦਮ ਇਹ ਚੱਲਣਾ ਸ਼ੁਰੂ ਹੋ ਗਿਆ, ਓਹੋ ਇਹਦੀ ਮਦਦ ਕਰਨੀ ਚਾਹੀਦੀ ਸੀ, ਯੂ ਨੋ, ਉਹ ਆਸ ਲੈ ਕੇ ਆਇਆ ਸੀਗਾ। ਹੁਣ ਉਹ ਸਾਰੀ ਚੀਜ਼ ਅੰਦਰ ਚੱਲਦੀ ਜਾਂਦੀ ਹੈ, ਇਹਦੇ ਵਿੱਚੋਂ ਗਿਲਟ ਡਿਵੈਲਪ ਹੁੰਦਾ ਜਿਹੜਾ ਕੈਰੀ ਕਰਨਾ ਬੜਾ ਹਾਰਡ ਹੈ ਲੌਂਗ ਰਨ ਦੇ ਵਿੱਚ। ਫਿਰ ਇਸ ਕਰਕੇ ਮੋਸਟਲੀ ਜਿਹੜੇ ਬੰਦੇ ਮੈਂਟਲ ਹੈਲਥ 'ਚ ਕੰਮ ਕਰਦੇ ਉਹ ਆਪ ਬਿਮਾਰ ਹੋ ਜਾਂਦੇ, ਉਹ ਆਪ ਫਿਰ ਜਿਹੜਾ ਇੱਕ ਦਿਨ ਜਾ ਕੇ ਆਪ ਕ੍ਰਾਈਸਿਸ 'ਚ ਚਲੇ ਜਾਂਦੇ, ਕਿਉਂਕਿ ਦੇ ਡੋਂਟ ਨੋ ਹਾਊ ਟੂ ਸੇ ਨੋ। ਇਹ ਇੱਕ ਮੁਸ਼ਕਿਲ ਆ ਜਾਂਦੀ ਵੱਡੇ ਲੈਵਲ 'ਤੇ, ਜਿਹੜੀ ਹੁਣ ਮੈਂ ਬੇਨਤੀ ਕਰਨ ਲੱਗਾ ਹਾਂ। ਆਪ ਆਈਡੀਆ ਲਾਓ, ਜਿਨ੍ਹਾਂ ਲੋਕਾਂ ਦੇ ਕੋਲ ਸਹੀ ਰੀਜ਼ਨ ਵੀ ਹੈ ਵੀ ਮੇਰੇ ਕੋਲ ਟਾਈਮ ਨਹੀਂ, ਐਨਰਜੀ ਨਹੀਂ, ਰਿਸੋਰਸਿਸ ਨਹੀਂ, ਉਹ ਨਾ ਨਹੀਂ ਕਰਦੇ, ਉਹਨਾਂ ਲਈ ਹਾਰਡ ਆ, ਇੰਨੇ ਸਮਝਦਾਰ ਸਭ, ਉਹਨਾਂ ਨੂੰ ਗਿਲਟ ਫੀਲ ਹੁੰਦਾ। ਜਿਹੜੇ ਲੋਕ ਇੰਟੈਂਸ਼ਨਲੀ ਦੂਜਿਆਂ ਦੀ ਜਿੱਥੇ ਮਦਦ ਕਰ ਸਕਦੇ ਮਦਦ ਨਹੀਂ ਕਰਦੇ, ਬਲਕਿ ਉਹਨਾਂ ਦੇ ਬੁਰੇ 'ਚ ਪੇਸ਼ ਆਉਂਦੇ। ਜੀਵਨ ਇਹੀ ਹੁੰਦਾ ਪਰਿਵਾਰਾਂ ਦੇ ਵਿੱਚ, ਜਿਹੜੇ ਕੰਮ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ ਉਹੋ ਜਿਹੇ ਕੰਮ ਕਰਦੇ। ਹੁਣ ਇਹ ਸਾਰੀਆਂ ਚੀਜ਼ਾਂ ਜੀਵਨ ਪ੍ਰਯੰਤ ਕਰਦਾ ਰਿਹਾ ਬੰਦਾ, ਅਖੀਰ ਹੁਣ ਬੈੱਡ ਤੇ ਪਿਆ ਆ। ਹੁਣ ਅਹਿਸਾਸ ਆਉਂਦਾ ਵੀ ਓਹੋ ਆ ਐਵੇਂ ਕਰਨਾ ਸੀ, ਹੁਣ ਕੀ ਹਾਲਤ ਹੋਏਗੀ। ਸੋ ਇਸ ਹਾਲਤ ਦੇ ਵਿੱਚ ਜਿਹਨੂੰ ਦੋਜ਼ਕ ਕਹਿੰਦੇ ਆ ਨਾ ਅਸੀਂ, ਜਿਹਨੂੰ ਭਗਤ ਰਵਿਦਾਸ ਜੀ ਦੇ ਸੀ ਉਸ ਸੰਦੇਸ਼ ਨੂੰ, ਜਿਹਨੂੰ ਬਾਬਾ ਕਬੀਰ ਜੀ ਨੇ ਬਿਆਨ ਕੀਤਾ ਬਾਣੀ ਦੇ ਵਿੱਚ ਵੀ ਹਰਸੋਂ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਕ ਜਾਏਂਗੇ ਸਤ ਭਾਖੈ ਰਵਿਦਾਸ। ਹੁਣ ਉਹ ਦੋਜ਼ਕ ਜਿਹੜਾ ਆ ਉਹ ਕੈਰੀ ਕਰ ਰਹੇ ਨੇ ਇੱਥੋਂ, ਇਹੀ ਦੋਜ਼ਕ ਹੈ, ਕਿਉਂਕਿ ਆਲਰੇਡੀ ਇਸ ਮਾਈਂਡ ਸੈਟ ਨੂੰ ਜਿਹੜਾ ਇਸ ਤਰੀਕੇ ਦੇ ਨਾਲ ਬੰਦਾ ਆਪਣੇ ਅੰਦਰ ਲੈ ਕੇ ਬੈਠਾ ਆ। ਇਸ ਤੋਂ ਬਾਹਰ ਕਿਵੇਂ ਆਇਆ ਜਾਏ? ਹੁਣ ਜਿਹੜਾ ਸੋਲਿਊਸ਼ਨ ਸਾਈਡ ਕਰੀਏ ਇਹਦੀ, ਪਈਏ ਦਾਤੇ ਦੀ ਦਾਤ ਹੈ, ਇਹਦੇ ਵਿੱਚ ਤੁਸੀਂ ਮੁੱਲ ਤੇ ਨਹੀਂ ਲੈ ਸਕਦੇ, ਇਹਨੂੰ ਖਰੀਦ ਨਹੀਂ ਸਕਦੇ, ਤੁਸੀਂ ਇਸ ਨੂੰ ਤੁਸੀਂ ਧੱਕੇ ਨਾਲ ਵੀ ਨਹੀਂ ਲੈ ਸਕਦੇ। ਇੱਥੇ ਮਹਾਰਾਜ ਨੇ ਜਿਹੜਾ ਬਚਨ ਬਿਆਨ ਕੀਤਾ ਨਾ, ਇੱਥੇ ਦਾਤ ਖਸਮ ਕੀ ਪੂਰੀ ਹੋਈ, ਨਿਤ ਨਿਤ ਚੜ੍ਹੈ ਸਵਾਈ ਰਾਮ। ਇਹ ਖਸਮ ਦੀ ਦਾਤ ਆ, ਤੇ ਇਹ ਜਦੋਂ ਆ ਜਾਂਦੀ ਏ, ਇਹ ਆਪਣਾ ਸੰਪੂਰਨ ਕੋੜਮਾ ਨਾਲ ਲੈ ਕੇ ਆਉਂਦੀ ਹੈ। ਪੂਰੀ ਹੋਈ ਨਾ, ਮਤਲਬ ਇਹ ਨਹੀਂ ਕਹਿ ਸਕਦੇ ਤੁਸੀਂ, ਸਪੋਜ਼ ਕਰੋ ਇੱਕ ਬੰਦਾ ਮੰਨਿਆ ਜਾਏ ਕਿ ਫਿਜ਼ੀਕਲੀ ਹੈਲਦੀ ਹੈ, ਬਿਲਕੁਲ ਹੱਥ ਪੈਰ ਸਭ ਚੀਜ਼ਾਂ ਠੀਕ ਚੱਲ ਰਹੀਆਂ ਨੇ, ਮੈਡੀਕਲ ਸਾਇੰਸ 'ਚ ਇਹ ਪਤਾ ਲੱਗੇਗਾ ਡੈਫੀਨੇਟਲੀ ਉਹਦਾ ਬਲੱਡ ਵਰਕ ਕਰਾ ਕੇ ਦੇਖੋ, ਉਹਦਾ ਲਿਵਰ ਵੀ ਠੀਕ ਕੰਮ ਕਰਦਾ ਹੋਏਗਾ, ਉਹਦੀ ਕਿਡਨੀ ਵੀ ਠੀਕ ਕੰਮ ਕਰਦੀ ਹੋਏਗੀ, ਉਹਦਾ ਹਾਰਟ ਵੀ ਠੀਕ ਕੰਮ ਕਰਦਾ ਹੋਏਗਾ, ਉਹਦਾ ਬ੍ਰੇਨ ਵੀ ਠੀਕ ਕੰਮ ਕਰਦਾ ਹੋਏਗਾ, ਸਾਰਾ ਕੁਛ। ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ, ਫਿਜ਼ੀਕਲੀ ਸਟਰੈਂਥ ਨਹੀਂ ਗਈ, ਹੱਥ ਪੈਰ ਸੌਂਦਾ ਹੈ, ਪੀੜ ਕਰਦਾ ਹੈ ਕੁਛ, ਭਾਈ ਡੈਫੀਨੇਟਲੀ ਕੋਈ ਅੰਦਰੋਂ ਔਰਗਨਸ ਵਿੱਚ ਪ੍ਰੋਬਲਮ ਹੋਏਗੀ ਕਿਤੇ ਨਾ ਕਿਤੇ, ਕਿਉਂਕਿ ਇਹ ਚੀਜ਼, ਇਹ ਸਾਰਾ ਕੋੜਮਾ ਹੀ ਹੁੰਦਾ। ਜੇ ਹੈਲਦੀ ਸਾਈਡ ਆ, ਉਹ ਵੀ ਪੂਰਾ ਦਾ ਪੂਰਾ ਪਰਿਵਾਰ ਹੈ, ਜੇ ਅਨਹੈਲਦੀ ਹੈ ਉਹ ਵੀ ਪੂਰਾ ਪਰਿਵਾਰ ਹੈ।
ਐਗਜ਼ੈਕਟਲੀ ਸਪਿਰਿਚੁਅਲ ਸਾਈਡ ਤੋਂ ਤੇ ਮੈਂਟਲ ਹੈਲਥ ਵਾਲੀ ਸਾਈਡ ਤੇ ਵੀ ਆਉਂਦਾ ਹੈਗਾ। ਜਦੋਂ ਬੰਦੇ ਕੋਲ ਸੋਝੀ ਹੈ, ਉਹ ਸਮਝਿਆ, ਉਹ ਸਿਰਫ ਸੰਸਾਰੀ ਤੌਰ ਤੇ ਨਹੀਂ ਹੈ, ਉਹ ਰੂਹਾਨੀ ਤੌਰ ਤੇ ਵੀ ਹੈ, ਉੱਥੇ ਵੀ ਬਾਤ ਹੈ। ਫਿਰ ਕਈ ਵਾਰੀ ਬੰਦੇ ਦੇ ਮਨ ਵਿੱਚ ਆਉਂਦਾ ਹੈ, ਜੇ ਵਾਕਈ 'ਚ ਦਾਤ ਪੂਰੀ ਹੈ, ਜਿਹੜੀ ਸਵਾਈ ਜਿਹੜੀ ਚੜ੍ਹਦੀ ਹੈ ਦਿਨ ਪ੍ਰਤੀ ਦਿਨ, ਵੱਧਦੀ ਹੈ, ਜਿਹੜੀ ਇਹੋ ਜਿਹੀ ਸੋਝੀ ਜਿਹਨੂੰ ਅਸੀਂ ਵਿਜ਼ਡਮ ਕਹਿ ਦਿੰਦੇ ਹਾਂ ਸਿੰਪਲ ਵਰਡ ਦੇ ਵਿੱਚ, ਫਿਰ ਇਹ ਮਹਾਰਾਜ ਸਾਨੂੰ ਵੀ ਮਿਲ ਜੇ। ਗੁਰੂ ਬਾਬਾ ਜੀ ਕਹਿੰਦੇ ਭਾਈ ਗੱਲ ਇਹ ਹੈ, ਇਹ ਤਾਂ ਗੁਰੂ ਸਾਹਿਬ ਨੇ ਖੁਦ ਕਿਹਾ ਵੀ ਮੈਂ ਵੀ ਤੁਹਾਨੂੰ ਇਹਦੇ 'ਚ ਇੰਨਾ ਹੀ ਦੱਸ ਸਕਦਾ, ਇਸ ਤੋਂ ਵੱਧ ਨਹੀਂ ਦੱਸ ਸਕਦਾ, ਵੀ ਦਾਤੀ ਸਾਹਿਬ ਸੰਧੀਆਂ। ਸੰਧੀਆਂ ਲਫ਼ਜ਼ ਬੜਾ ਪਿਆਰਾ ਆ। ਇਸ ਲਫ਼ਜ਼ ਨੂੰ ਤੁਸੀਂ ਆਪਣੀ ਭਾਸ਼ਾ 'ਚ ਯੂਜ਼ ਕਰਦੇ ਹੋ, ਸੰਦ, ਟੂਲਸ। ਕਦੇ ਤੁਸੀਂ ਟੂਲ ਦੇਖੋ, ਜਿਹੜਾ ਟੂਲ ਹੁੰਦਾ ਨਾ ਹੱਥ ਦੇ ਵਿੱਚ, ਤੁਸੀਂ ਕੋਈ ਐਨੀ ਕਾਈਂਡ ਆਫ ਟੂਲ ਯੂ ਆਰ ਹੋਲਡਿੰਗ ਇਨ ਯੂਰ ਹੈਂਡ ਐਂਡ ਯੂ ਆਰ ਵਰਕਿੰਗ ਵਿਦ ਇਟ, ਉਹਦੀ ਟੂਲ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ, ਤੁਹਾਡੀ ਮਰਜ਼ੀ ਹੈ ਜਿਹਦੇ ਹੱਥ 'ਚ ਆ, ਜਿਹੜਾ ਉਹਨੂੰ ਘੁਮਾਉਣਾ ਚਾਹੁੰਦਾ। ਜੋ ਚਾਹੇ ਦੋ ਚੂੜੀਆਂ ਚੜਾ ਦੇ, ਉਹ ਚਾਹੇ ਤੇ ਲਾ ਦੇ। ਕਿਆ ਦਾਤੀ ਸਾਹਿਬ ਸੰਧੀਆਂ, ਕਿਆ ਚੱਲੈ ਤਿਸ ਨਾਲ, ਤੇ ਉਹਦੇ ਨਾਲ ਜ਼ੋਰ ਕੋਈ ਨਹੀਂ। ਇੱਕ ਜਾਗੰਦੇ ਨਾ ਲਹਨ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਵਿਚਾਰੇ ਜਾਗ ਜਾਗ ਕੇ ਤਰਲੇ ਲੈਂਦੇ, ਉਹਨਾਂ ਨੂੰ ਨਹੀਂ ਮਿਲਦੀ। ਕਈਆਂ ਨੂੰ ਸੁੱਤਿਆਂ ਨੂੰ ਉਠਾ ਕੇ ਕਹਿੰਦਾ ਲੈ ਭਾਈ ਆ ਤੇਰੀ ਝੋਲੀ ਪਾ ਦਿੱਤੀ। ਇਹ ਉਹਦਾ ਇੱਕ ਤਰੀਕਾ ਆ। ਤੇ ਇਹੀ ਸਾਰਾ ਮਿਸਟਿਕ ਲੈਵਲ ਆ, ਇੱਕ ਰਹੱਸਮਈ ਚੀਜ਼ ਆ ਜਿਹਨੂੰ ਅਸੀਂ ਕਿਸੇ ਤਰੀਕੇ ਨਾਲ ਅਹਿਸਾਸ ਵੀ ਨਹੀਂ ਸਕਦੇ। ਗੁਰੂ ਬਾਬਾ ਜੀ ਹੋਰ ਬਿਆਨ ਕਰਦੇ, ਸਭ ਜ਼ਿਕਰ ਕਰਦੇ ਕਿ ਇਹ ਜਿਹੜੀ ਹੈ ਦਾਤ ਹੈ, ਦਾਤ ਰੱਖੀ ਹੱਥੇ ਆਪਣੇ, ਜਿਸ ਭਾਵੈ ਤਿਸ ਦੇ। ਇਹ ਦਾਤ ਉਹਨੇ ਆਪਣੇ ਹੱਥ 'ਚ ਰੱਖੀ ਹੈ, ਜਿਹਦਾ ਉਹਨੂੰ ਭਾ ਜਾਏ। ਹੁਣ ਭਾ ਜਾਣਾ ਇਹ ਵੀ ਆਪਣੀ ਖੇਡ ਆ ਉਹਦੀ। ਸੋ ਇਸ ਕਰਕੇ ਬੰਦਾ ਇੱਥੇ ਜਾ ਕੇ ਜਿਹੜੀ ਭਗਤੀ ਭਾਵ ਹੈ, ਜਿਹਨੂੰ ਅਸੀਂ ਸਰੈਂਡਰ ਕਹਿੰਦੇ ਹਾਂ, ਜਿਹਨੂੰ ਅਸੀਂ ਇਬਾਦਤ ਦੇ ਰੂਪ ਦੇ ਵਿੱਚ ਆਪਣਾ ਆਪਾਂ ਸਮਰਪਣ ਕਰਨ ਵਾਲੀ ਗੱਲ ਕਹਿੰਦੇ ਹਾਂ, ਇੱਕ ਲਾਜ਼ਮੀ ਪਾਰਟ ਹੈ। ਸਿੱਖੀ ਦਾ ਮਾਇਨਾ ਇਹ ਹੁੰਦਾ ਆ, ਸਿੱਖ ਹੋਣ ਦਾ ਮਤਲਬ ਇਹ ਹੁੰਦਾ ਹੈ ਜਦੋਂ ਇਹ ਅਹਿਸਾਸ ਹੋਏ ਕਿ ਤੂੰ ਸਮਰੱਥ ਵੱਡਾ, ਮੇਰੀ ਮਤ ਥੋੜ੍ਹੀ ਰਾਮ। ਮਾਲਕ ਤੂੰ ਸਮਰੱਥ ਹੈ, ਮੈਂ ਥੋੜ੍ਹੀ ਮੱਤ ਦਾ ਮਾਲਕ। ਅਲਪੱਗ ਮੱਤ ਆ, ਮੈਨੂੰ ਮੱਤ ਦੇ, ਮੈਨੂੰ ਦਾਤ ਦੇ, ਮੈਨੂੰ ਲੋੜੀਂਦੀ ਹੈ, ਮੈਨੂੰ ਚਾਹੀਦੀ ਹੈ ਦਾਤ। ਇਹ ਇੱਕ ਅੰਦਰ ਇਸ ਕਿਸਮ ਦੀ ਚੀਜ਼ ਅੰਦਰ ਆ ਜਾਏ। ਇੱਥੇ ਗੁਰੂ ਬਾਬਾ ਜੀ ਬਿਆਨ ਕਰਦੇ, ਦਾਤ ਖਸਮ ਕੀ ਪੂਰੀ ਹੋਈ, ਨਿਤ ਨਿਤ ਚੜ੍ਹੇ ਸੁਆਈ ਰਾਮ। ਪਾਰ ਬ੍ਰਹਮ ਖਸਮਾਨਾ ਕੀਆ, ਪਾਰ ਬ੍ਰਹਮ ਖਸਮਾਨਾ ਕੀਆ। ਜਦੋਂ ਖਸਮ ਜਿਉਂਦਾ ਹੋਏ, ਇਹਦੇ 'ਚ ਇੱਕ ਐਗਜ਼ਾਮਪਲ ਦੇ ਦੇਣਾ। ਚੀਜ਼ਾਂ ਜਿਵੇਂ ਕਲਚਰਲ ਸਾਈਡ ਤੋਂ ਸਮਝ ਆ ਕਈ ਵਾਰ ਆ ਜਾਂਦੀਆਂ ਨੇ। ਇਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਲਿਖੀ ਬਾਤ ਹੈ। ਇੱਕ ਹੋਇਆ ਇਹ ਕਿ ਜਦੋਂ ਬ੍ਰਿਟਿਸ਼ ਰੂਲ ਕਰ ਰਿਹਾ ਸੀ ਉਹ ਸਾਰੇ ਸਾਊਥ ਏਸ਼ੀਅਨ ਖਿੱਤੇ ਦੇ ਉੱਤੇ, ਅਤੇ ਉਦੋਂ ਲੋਕ ਉਹਨਾਂ ਦੇ ਉਸ ਕਲੋਨੀਅਲ ਸਿਸਟਮ ਦੇ ਵਿੱਚ ਵੱਡੇ ਲੈਵਲ 'ਤੇ ਪੜ੍ਹ ਵੀ ਰਹੇ ਸੀਗੇ। ਪੜ੍ਹਨ ਵਾਸਤੇ ਪਹਿਲਾਂ ਉਹਨਾਂ ਦੇ ਉੱਥੋਂ ਦੇ ਅਦਾਰਿਆਂ 'ਚ ਪੜ੍ਹਦੇ, ਫਿਰ ਉਹ ਵਿਲਾਇਤ ਆ ਜਾਂਦੇ, ਇੰਗਲੈਂਡ ਵਗੈਰਾ ਆ ਕੇ ਪੜ੍ਹ ਜਾਂਦੇ, ਯੂਰਪ ਵਿੱਚ ਆ ਕੇ ਪੜ੍ਹ ਜਾਂਦੇ। ਕੋਈ ਬੱਚਾ ਪੰਜਾਬ ਦੇ ਇੱਕ ਚੰਗੇ ਅਮੀਰ ਪਰਿਵਾਰ ਵਿੱਚੋਂ, ਜਿਨ੍ਹਾਂ ਦੇ ਕੋਲ ਜਗੀਰਾਂ ਨੇ, ਕੁਝ ਜ਼ਮੀਨ ਜਾਇਦਾਦ ਹੈ, ਕਿਉਂਕਿ ਜਿਹੜੇ ਲੋਕ ਅਫੋਰਡ ਕਰ ਸਕਦੇ, ਉਹਨਾਂ ਦਾ ਲੜਕਾ ਇੰਗਲੈਂਡ ਪੜ੍ਹਨ ਲਈ ਆ ਗਿਆ। ਜਦੋਂ ਇੰਗਲੈਂਡ ਪੜ੍ਹਨ ਲਈ ਆਇਆ ਤਾਂ ਆਪਨੇ ਦੇਖਿਆ ਹੋਏਗਾ ਕਿ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਜਿੰਨੀ ਫਾਰਮਿੰਗ ਹੁੰਦੀ ਉਹ ਸਾਰੀ ਦੀ ਆਲੇ ਦੁਆਲੇ ਤੁਸੀਂ ਦੇਖੋਗੇ ਉਸ ਨੂੰ ਫੈਂਸ ਲਗਾਈ ਜਾਂਦੀ ਹੈ, ਫੈਂਸ ਲੱਗੀ ਹੁੰਦੀ ਹੈ, ਤਾਰਾਂ ਵਗੈਰਾ, ਜਾਂ ਤੁਸੀਂ ਪੁਰਾਣੀਆਂ ਫੈਂਸ ਦੇਖੋਗੇ ਲੱਕੜਾਂ ਲੱਗੀਆਂ ਹੁੰਦੀਆਂ ਨੇ ਬਕਾਇਦਾ ਤੌਰ 'ਤੇ, ਅਤੇ ਉਹ ਸਾਰੇ ਦੇ ਮਤਲਬ ਬਾਊਂਡਰੀਜ਼ ਵਾਲੀਆਂ ਹੁੰਦੀਆਂ ਨੇ। ਅਤੇ ਉੱਥੇ ਬਕਾਇਦਾ ਤੌਰ 'ਤੇ ਅਜੇ ਵੀ ਤੁਸੀਂ ਚਲੇ ਜਾਓ ਆਸਟ੍ਰੇਲੀਆ, ਨਿਊਜ਼ੀਲੈਂਡ ਸਾਈਡ, ਤੁਹਾਨੂੰ ਫਾਰਮ ਸਾਈਡ ਦੇ ਉੱਤੇ ਡੌਗਸ ਮਿਲ ਜਾਣਗੇ, ਤੁਹਾਨੂੰ ਜਿਹੜਾ ਹੈਗਾ ਇਹੋ ਜਿਹੀਆਂ ਚੀਜ਼ਾਂ ਮਿਲ ਜਾਣਗੀਆਂ, ਕਿਉਂਕਿ ਜਿਹੜਾ ਵਾਈਲਡ ਏਰੀਆ 'ਚ ਵੱਡੇ ਲੈਵਲ 'ਤੇ ਇਸ ਤਰੀਕੇ ਨਾਲ ਹੁੰਦੀ ਫਾਰਮਿੰਗ। ਉਹ ਖੈਰ ਉਹ ਇਹ ਸਾਰੀ ਵਿਟਨੈਸ ਕਰਕੇ ਗਿਆ। ਉਹ ਜਦੋਂ ਵਿਟਨੈਸ ਕਰਕੇ ਗਿਆ ਵਾਪਸ ਹੋ, ਅਤੇ ਹੁਣ ਉਹ ਕਰ ਗਿਆ, ਘਰ ਜਾ ਕੇ ਕੁਝ ਜਦੋਂ ਜਿਵੇਂ ਪਹਿਲੇ ਦਿਨ ਸਪੋਜ਼ ਕਰੋ ਵਾਪਸ ਆਇਆ ਆ, ਕੁਝ ਖਾਧਾ ਪੀਤਾ, ਸੋਚਿਆ ਖੇਤਾਂ ਵੱਲ ਗੇੜਾ ਦੇ ਕੇ ਆਉਣਾ। ਖੇਤਾਂ ਵੱਲ ਗਿਆ, ਉੱਥੇ ਵੇਖਿਆ ਪੱਕੀ ਫਸਲ ਪਈ ਹੈ। ਮਤਲਬ ਉਹ ਆਇਆ ਜਦੋਂ ਝੋਨੇ ਦਾ ਸੀਜ਼ਨ ਹੁੰਦਾ ਹੈ, ਕਿਤੇ ਮਕਈ ਪੱਕੀ ਪਈ ਹੈ, ਕਿਤੇ ਝੋਨਾ ਉੱਥੇ ਲੱਗਾ ਆ, ਪੱਕਾ ਪਿਆ ਸਾਰਾ। ਅਤੇ ਉਹ ਸਾਰਾ ਵੇਖ ਰਿਹਾ।
घर वाले क्या खेत ते गेड़ा देन गया, आ जाएगा, आया ही नहीं। हुण जो आया नहीं गा, कितनी देर हो गई, अखीर उन्होंने बंदा भेजा भी देख के, आया नहीं गा अजे तक, वो बंदा भी नहीं आया। फिर बाप आप आ गया, उन्हें आके देखा तो उस बंदे जिहड़े भेजिया सी लैण वास्ते उन्होंने नाल ला के ते उच्ची सारी जिन्हों असी मन्ना बनाउणा या मचान बनाउणी कहने आ, वो बना रहा उत्थे। ते वो कहंदा, ओए तू किहड़े काम नूं लगा आ, तू तेनों मिलने वास्ते कुछ लोग आए, रिश्तेदार आए ने, असीं वेट करी जाने। बंदे नूं कहा तेनों बुलाया सीगा, कहंदा जी मैं आया सदन सीगा, पर इन्हां मैनूं जान नहीं दिता, कहंदे भी इत्थे आ काम करना है। तो वो कहंदा की होया, की कहन लगा होना की है पिता जी, तुहानूं पता नहीं, देखो छलियां पक्कियां पईयां ने, झोना पक्या पे, आ पक्या पे। वो कहंदा मतलब, कहंदा मतलब पक्की फसल आ, इसकी राखी करनी चाहिए है, कोई हो सकता कोई तोड़ के लै जाए, कोई वढ़ के लै जाए। वो पिता नूं समझ आ गई, लंबा समा विलायत रह के इहनूं पता नहीं, कहंदा छड्ड परां, चल चलीए। कहंदा हद हो गई, छड्ड परां चलीए, तुसीं सोचदे हो ये नुकसान हो जाएगा। वो बाप उहदा फिर हस के कहंदा सच्चाई ये है, इस फसल नूं किसी ने हथ नहीं लाउणा, इन्हां किसी चीज़ नूं एक दाणा नहीं किसी ने तोड़ना। क्यों? कहंदा लोकां नूं पता है ये किहदी फसल है, इहदी राखी मेरे नां नाल हुंदी है, इहदी राखी साडी होंद नाल हुंदी है, इत्थे बहन नाल नहीं हुंदी। खसमाना ये हुंदा आ, जिहड़ा खसम कायम आ ना, वो भावें जिथे मर्जी चीज़ पई है, ਉਹਨੂੰ कोई टच नहीं कर सकता, ਉਹਨੂੰ कोई छू नहीं सकता। इत्थे हुण दो चीज़ां ने, नंबर एक सेंस ऑफ बिलोंगिंग, जो बंदे नूं ये पता लगता है कि मेरा राखा करतार है, मेरा राखा वाहिगुरू है, मेरा राखा गुरु है, फिर वो कहंदा वो आप ही बॉडी करेगा, वो आप मेरी रखिया करेगा, कि विश्वास की हायर लैवल की बात आ जाती। कई बार सानूं ये चीज़ां लगदियां ने, ये लोग कह भी देंगे पागलपन नहीं गा, तो गुरु साहब कहते ये दीवानापन है। तो शब्द पढ़ो, कोई आख है भूतना को कहे बेताला, कोई आख है आदमी नानक बेचारा। साहब कहते भया दीवाना शाह का नानक बौराना, हाँ हर बिन अवर ना जाना। कहते हकीकत यह है मैं दीवाना हाँ, नो डाउट, पर दीवाना उस करतार का, क्योंकि मैनू मेरे पूरे अंदर भाव दे विच आ, वो खसमाना करेगा, बॉडी करेगा, वो बांह फड़ेगा आके। इत्थे साहब ने बयान किया, साहब कहते जदों ये चीज़ आ गई, पार ब्रह्म खसमाना किया, जिस दी वड्डी वडियाई राम, तो उसकी वडियाई बड़ी बेअंत आ। सानू असीं आसा की वार रोज़ पढ़ते हैं, आप देखो उसकी शुरुआत कित्थों हुंदी है, बलिहारी गुरे अपने दिओहाड़ी सदवार, जिन मानस ते देवते किए करत ना लागी वार। उस खिते जिथे सारी सारी उम्र लोग देवतियां दे नां दे वर्त रखते मर गए, पूजा करते मर गए, उत्थे पहली बात ही की तू गुरु वाल मूँह कर, गुरमुख हो, उस पासे चल। फिर यह भी गुरु साहब ने क्लीयर करती नाल बात भी हर बंदे नूं ये गल अपील नहीं करेगी, क्योंकि नानक गुरु न चेतनी मन अपने सुचेत। अवेयर होना बड़ा जरूरी है, बाणी अवेयर करती है, कॉन्शियस साड़ी जगाउंदी है, पर बाणी कहती है वो ऐसी भी ना जागे कि बंदा इस सोरस तो ही टुट जाए। बंदा इन्ना कोई जागे, जिवें वैसटर्नाइज वर्ल्ड की असीं गल करते हैं, बड़ी चंगी गल है, सारियां दी मतलब इक्को जी इक्वैलिटी की गल की जा रही, सब चीज़ां दी, किसी नूं जिहड़ा हैगा लोअर या हायर लैवल ते ना देखा जाए। टीचर्स नूं उन्हां नूं किसी रिस्पैक्टिड एडजैक्टिव नाल बुलाउण दी बजाय, किसी स्पैशल नाउन नूं यूज़ करन दी बजाय नां लै के बुलाओ। जे सपोज करो कोई टीचर का नां कोई हरप्रीत सिंह आ, तो लास्ट नेम मिस्टर सिंह कह के बुलाओ। कोई टीचर लास्ट नेम कौर कैरी कर दी है, उन्होंने बुलाओ मिस कौर, मिसिस कौर या मिसिस सिंह। इस तरीके तुसीं देखदे हो इत्थे। हुण हालांकि ये भी एक एडवोकेसी हो रही है सोशियोलॉजी दे, असीं सारी नूं बड़ी डीप लैवल ते पढ़दे सुनदे आ, जिसे कहा जाता है भी इट्स नॉट ए बिग डील, तुसीं पेरेंट्स नूं नां लैके बुलाओ उत्थे। डिसरिस्पैक्ट किवें हो गई? नथिंग। तुसीं सीधे तौर पर हुण इहो जिहियां चीज़ां जिहड़ियां ने ये की है, सुचेतता आ रही है, तो बहुत ज़्यादा आ रही है।
ਇੱਥੇ ਇਸੇ ਕਰਕੇ ਫਿਰ ਬੰਦਾ ਇੱਥੇ ਹੂ ਇਜ਼ ਗॉड, ਵਟ ਇਜ਼ ਗॉड, ਹੂ ਕੇਅਰ ਅਬਾਊਟ ਵਟ ਐਕਚੁਅਲੀ गॉड मीन और इफ आई बिलीव इन और नॉट। ਹੁਣ ਇਹ ਚੀਜ਼ ਹਾਲਾਂਕਿ ਵੈਸਟਰਨਾਈਜ਼ ਵਰਲਡ ਵਾਸਤੇ ਇਹ ਚੀਜ਼ ਇੱਕ ਇਸ ਸਾਰੇ ਦੇ ਵਿੱਚ ਇੱਕ ਰਿਬੈਲੀਅਸ ਬਣਨਾ ਉਹਨਾਂ ਵਾਸਤੇ ਜ਼ਰੂਰੀ ਵੀ ਸੀਗਾ, ਕਿਉਂਕਿ ਬਿਲਕੁਲ ਹੀ ਨੌਨਸੈਂਸ ਕਿਸਮ ਦਾ ਸਕੂਲ ਆਫ ਥਾਟ ਲੋਕਾਂ ਨੂੰ ਵੰਡਿਆ ਗਿਆ ਕਈ ਸਾਲ ਧਰਮ ਦੇ ਨਾਂ 'ਤੇ। ਪਰ ਜਦੋਂ ਆਪਾਂ ਗੁਰਬਾਣੀ ਵਰਗੀ ਰਚਨਾ ਅਤੇ ਇਹੋ ਜਿਹੇ ਸਕੂਲ ਨੂੰ ਦੇਖਦੇ ਹਾਂ ਫਿਰ ਤਾਂ ਪਤਾ ਲੱਗਦਾ ਹੈ ਕਿਸੇ ਹਾਇਰ ਲੈਵਲ ਦੀ ਗੱਲ ਬੜੀ ਸੋਹਣੇ ਢੰਗ ਨਾਲ ਸਮਝਾਈ ਦਰਸਾਈ ਜਾ ਰਹੀ ਹੈ। ਐਵਰੀਥਿੰਗ ਮੇਕ ਸੈਂਸ। ਪਰ ਬੰਦਾ ਕਈ ਵਾਰ ਇੱਥੇ ਜਾ ਕੇ ਵੀ ਬੜਾ ਸੁਚੇਤ ਹੋ ਜਾਂਦਾ, ਕਹਿੰਦਾ ਨਹੀਂ ਹੈ। ਸਾਹਿਬ ਕਹਿੰਦੇ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਹਾਲਤ ਕੇ ਛੁੱਟੇ ਤਿਲ ਬਵਾੜ ਜੋ ਸੁੰਝੇ ਅੰਦਰ ਖੇਤ। ਆਪਾਂ ਬਹੁਤ ਜ਼ਿਆਦਾ ਕਿਸ ਚੀਜ਼ ਤੋਂ ਅਵੇਅਰ ਹੋ ਜਾਵਾਂਗੇ। ਇਹਦਾ ਮੁਕਾਮੀ ਸੰਦੇਸ਼ ਜੇ ਪੜ੍ਹਨਾ ਹੋਏ ਸਮਝਣਾ ਹੋਏ ਤੇ ਆਸਾ ਕੀ ਵਾਰ ਤੇ ਲਾਸਟ ਤੇ ਆ ਜਾਓ। ਬਿਲਕੁਲ ਜਿਹਦੇ ਸਾਹਿਬ ਜ਼ਿਕਰ ਕਰਦੇ ਕਿ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ। ਹੁਣ ਇਹ ਕੀ ਹੈ? ਪ੍ਰਹਿਲਾਦ ਨੂੰ ਖਸਮ ਤੇ ਭਰੋਸਾ ਆਇਆ ਤੇ ਖਸਮ ਖਸਮਾਨਾ ਕਰਦਾ ਆ ਕੇ ਬੌੜੀ ਕਰਦਾ ਆ। ਇੱਥੇ ਗੁਰੂ ਬਾਬਾ ਜੀ ਬਿਆਨ ਕਰਦੇ ਪਾਰ ਬ੍ਰਹਮ ਖਸਮਾਨਾ ਕੀਆ, ਜਿਸ ਦੀ ਵੱਡੀ ਵਡਿਆਈ, ਉਹਦੀ ਵਡਿਆਈ ਬੜੀ ਵੱਡੀ ਹੈ। ਆਦ ਜੁਗਾਦ ਭਗਤਨ ਕਾ ਰਾਖਾ, ਆਦ ਜੁਗਾਦ ਸ਼ੁਰੂ ਤੋਂ ਅਖੀਰ ਤੱਕ। ਇਹ ਨਹੀਂ ਕਿ ਕਦੀ ਹੋਇਆ ਸੀਗਾ ਕਦੀ ਹੋਇਆ ਹੋਏਗਾ। ਦੀਜ਼ ਆਰ ਜਸਟ ਸਟੋਰੀਜ਼। ਜਿਹੜੋ ਅਸੀਂ ਐਕਚੁਅਲੀ ਜਿਹੜੀਆਂ ਚੀਜ਼ਾਂ ਸਮਟਾਈਮ ਪੀਪਲ ਆਸਕ ਮੀ ਵਾਟ ਇਜ਼ ਦ ਡਿਫਰੈਂਸ ਬਿਟਵੀਨ ਮਿਥ ਐਂਡ ਬਿਲੀਵ। ਇਹਦੇ 'ਚ ਕੀ ਫਰਕ ਹੈਗਾ? ਬੰਦੇ ਨੇ ਕੋਈ ਚੀਜ਼ ਮਿਥ ਲਈ ਜਾਂ ਕਿਸੇ ਨੇ ਮਿੱਥ ਸਾਨੂੰ ਦੇ ਦਿੱਤੀ, ਅਸੀਂ ਉਸੇ ਨੂੰ ਅੱਗੇ ਜਿਹੜਾ ਚਲੇ ਹੀ ਗਏ। ਬਲੀਵ ਵੀ ਤਾਂ ਇਸੇ ਤਰ੍ਹਾਂ ਹੁੰਦਾ ਆ। ਬਲੀਵ ਦਾ ਐਕਚੁਅਲ ਲੈਵਲ 'ਤੇ ਗੱਲ ਹੁੰਦਾ ਹੈ ਵੀ ਜਿਹੜੀ ਚੀਜ਼ ਸਮਥਿੰਗ ਕਨਵਿੰਸ ਯੂ ਵੈਰੀ ਡੀਪਲੀ। ਇੱਥੇ ਕਨਵਿੰਸਿੰਗ ਲੈਵਲ ਆਉਂਦਾ ਹੈ ਜਦੋਂ ਆਪਾਂ ਗੁਰਮਤਿ ਆਸ਼ੀਸ਼ ਦੇਖਦੇ ਹਾਂ। ਗੁਰੂ ਸਾਹਿਬ ਸਾਨੂੰ ਉਸ ਵਿਸ਼ਵਾਸ ਦੀ ਤੰਦ ਨਾਲ ਵੱਜਦੇ ਨੇ। ਇੱਥੇ ਮਹਾਰਾਜ ਨੇ ਬਿਆਨ ਕੀਤਾ ਕਿ ਜਦੋਂ ਬੰਦੇ 'ਚ ਇਹ ਵਿਸ਼ਵਾਸ ਦੀ ਤੰਦ ਗਹਿਰੀ ਅੰਦਰ ਚਲੀ ਗਈ ਕਿ ਉਹ ਪ੍ਰਤੀਪਾਲਨ ਕਰਨ ਵਾਲਾ ਜਿਹੜਾ ਆ ਉਹ ਕਰਤਾਰ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਿਆਲਾ, ਤੇ ਉਹ ਬੜਾ ਕੰਪੈਸ਼ਨੇਟ ਆ, ਉਹ ਬੜਾ ਕਾਇੰਡ ਆ, ਉਹ ਤਰਸ ਕਰ ਦਿੰਦਾ ਆ। ਜੀ ਜਨ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤੀਪਾਲਾ। ਬਾਕੀ ਉਹ ਕਿਸੇ ਇੱਕ ਦਾ ਨਹੀਂ, ਸਭ ਦਾ ਆ ਤੇ ਸਭ ਨੂੰ ਸੁਖੀ ਵਸਾਉਣ ਵਾਲਾ ਤੇ ਪ੍ਰਤੀਪਾਲਨਾ ਕਰਨ ਵਾਲਾ। ਦਹਿਨ ਦਿਸ ਪੂਰ ਰਿਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਏ। ਬਾਕੀ ਗੁਰੂ ਸਾਹਿਬ ਇਹ ਸਾਰੀ ਵਡਿਆਈ ਕਰਕੇ ਫਿਰ ਉਹਨੂੰ ਕਹਿੰਦੇ ਕਿ ਆਪਾਂ ਉਹਨੂੰ ਅਵੈਲੂਏਟ ਨਹੀਂ ਕਰ ਸਕਦੇ, ਉਹਦੀ ਵਡਿਆਈ ਨੂੰ, ਉਹਦੀ ਹੋਂਦ ਨੂੰ। ਉਹਦੀ ਬਾਤ ਹੋ ਗਈ ਬਿਲਕੁਲ ਅੰਤਲੀ ਲਾਈਨ ਇਹਦੇ 'ਚ, ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਬਚਲ ਨੀਵ ਰਖਾਏ। ਜਿਹੜਾ ਹੈ ਨਾ ਅਬਚਲ ਨਗਰ ਗੋਬਿੰਦ ਗੁਰੂ ਕਾ, ਇਹਦੀ ਸ਼ੁਰੂਆਤ, ਇਹਦੀ ਸੰਪੂਰਨਤਾ ਤੇ ਅਖੀਰ ਉਸ ਇਮਤਦਾਦ ਤੱਕ ਇਹ ਗੁਰੂ ਹੀ ਲੈ ਕੇ ਜਾਂਦਾ ਹੈ। ਇਸ ਕਰਕੇ ਕਿਹਾ ਕਿ ਉਸ ਗੁਰੂ ਨੂੰ ਮੈਂ, ਕਹੋ ਨਾਨਕ ਸਤਿਗੁਰ ਬਲਿਹਾਰੀ ਜਿਨ ਅਬਚਲ ਨੀਵ ਰਖਾਈ, ਜਿਹਨੇ ਇਸ ਗੱਲ ਦੀ ਨੀਵ ਰਖਾਤੀ, ਜਿਹਨੇ ਇਸ ਗੱਲ ਦੀ ਮੈਨੂੰ ਇੱਕ ਤਰ੍ਹਾਂ ਦੇ ਨਾਲ ਮੇਰੇ ਅੰਦਰ ਇੱਕ ਗਹਿਰੇ ਲੈਵਲ 'ਤੇ ਵਿਸ਼ਵਾਸ ਪੈਦਾ ਕਰ ਦਿੱਤਾ। ਸਾਹਿਬ ਰਹਿਮਤ ਕਰਨ ਇਹਨਾਂ ਵਾਕਿਆਂ 'ਚੋਂ ਸਾਨੂੰ ਜੋ ਸੰਦੇਸ਼ ਹੈ ਉਹ ਸਮਝ ਆਵੇ, ਉਹ ਜੀਵਨ ਦੇ ਵਿੱਚ ਸਾਡੇ 'ਚ ਉਸ ਕਰਾਮਾਤ ਨੂੰ ਅਸੀਂ ਮਾਣ ਸਕੀਏ। ਇਹ ਮਾਲਕ ਦੇ ਚਰਨਾਂ 'ਚ ਬੇਨਤੀ ਹੈ। ਨਾਲ ਹੀ ਵਿਨਤੀ ਅਰਦਾਸ ਹੈ ਉਸ ਮਾਈ ਭਾਈ ਲਈ ਜੋ ਕਿਰਸਾਨੀ ਦੇ ਸੰਘਰਸ਼ ਵਿੱਚ ਜੂਝ ਰਿਹਾ ਹੈ, ਉਹਨਾਂ ਨੂੰ ਸਫਲਤਾ ਮਿਲੇ, ਉਹਨਾਂ ਦੀ ਚੜ੍ਹਦੀ ਕਲਾ ਹੋਏ। ਇੱਥੇ ਸਮਾਪਤੀ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।